ਗੁਰੂ ਪਿਆਰੇ, ਆਪ ਸਰਬੱਤਮਈ ਭਾਈ ਵਡਭਾਗੇ ਹੋ। ਸਰਬੈ ਕਿਆ ਨਾਮ ਦੇ ਮਾਲਕ, ਵਾਲੀਏ ਦੋ ਜਹਾਨ, ਸਰਬ ਵਿਆਪਕ ਸ਼ਬਦਾਵਤਾਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਸਰਬੱਤ ਨਗਰ ਨਿਵਾਸੀ ਮਾਈ ਭਾਈ ਨੇ ਮਿਲ ਕਰਕੇ ਰਾਤ ਦੇ ਦੀਵਾਨ ਦਾ ਸਮਾਂ ਲਿਆ। ਆਓ ਜੋ ਮਰਿਆਦਾ ਸਾਡੇ ਰਾੜਾ ਸਾਹਿਬ ਦੀ, ਪਹਿਲਾ ਦਾਸ ਫਿਰ ਸਾਰੇ ਭਾਈ, ਤੀਜੇ ਪਾਸੇ ਸਾਰੀਆਂ ਬੀਬੀਆਂ ਰਸਨਾ ਤੋਂ ਸ਼ਬਦ ਵਿੱਚ ਬੋਲ ਕਰਕੇ ਰਸਨਾ ਨੂੰ ਸਫਲੀ ਬਣਾਉਣ ਦੀ ਖੇਚਲ ਕਰੋ ਜੀ। ਗੁਰਬਾਣੀ ਗਾਵੇ ਭਾਈ, ਗੁਰਬਾਣੀ ਗਾਵੇ ਭਾਈ, ਗੁਰਬਾਣੀ ਗਾਵੇ ਭਾਈ, ਗੁਰਬਾਣੀ ਗਾਵੇ ਭਾਈ, ਸਦਾ ਸੁਖਦਾਈ, ਸਫਲ ਸਦਾ ਸੁਖਦਾਈ, ਓ ਸਫਲ ਸਦਾ ਸੁਖਦਾਈ, ਓ ਸਫਲ ਸਦਾ ਸੁਖਦਾਈ। ਸਦਾ ਸੁਖਦਾਈ, ਓ ਸਫਲ ਸਦਾ ਸੁਖਦਾਈ, ਸਫਲ ਸਦਾ ਸੁਖਦਾਈ, ਓ ਸਫਲ ਸਦਾ ਸੁਖਦਾਈ। ਗੁਰਬਾਣੀ ਗਾਵੇ ਭਾਈ, ਓ ਸਫਲ ਸਦਾ ਸੁਖਦਾਈ।
तुर की बाणी आए, तिन सगली चिंत मटाई। दयाल पुरख मेहरवाना, हर नानक साच वखाना। बाणी गुरु गुरु है बाणी, विच बाणी अमृत सारे। गुरबाणी कहे सेवक जन मानै, परताख गुरु निस्तारे। बाणी गुरु दे गुरु है बाणी, बाणी है स्वरूप गुरां दा। गुरु ते गुरु है बाणी, बाणी है स्वरूप गुरां दा। बाणी है स्वरूप गुरां मेरे प्यारे, बाणी है स्वरूप गुरां दा। बाणी है जी स्वरूप गुरां जी, बाणी है जी स्वरूप गुरां दा।
परम सत्कार्य गुरु रूप साध संगत जी, आप सरबत माई भाई बहुत बहुत उच्चत कर्मा वाले हो। वालिए दो जहान, त्रिलोकनाथ, राजा नराज, भान आन पान, देवान देव, उपमा महान दे मालक, तख्त चवर छतर दे मालक, कलजुग के जहाज, बाणी के बोहित, सर्व शक्तिमान, धन धन पिता महाराज श्री गुरु ग्रंथ साहिब महाराज जी हजूरी विच सुशोभत होए गुरसिखो। गरीब दी फतेह मंजूर करो जी। वाहिगुरु जी का खालसा, वाहिगुरु जी की फतेह। इस समय इस भाग इउं नहीं मिलता। पूरब कर्म अंकुर जब प्रगटे, भेटियो पुरख रक्ष बैरागी, मिटियो अंधेर मिलत हर नानक, जन्म जन्म की सोई जागी। इउं नहीं बैठे। जिहदा कोई रिश्ता है पिछले जन्म का, कोई बीजिया होया, जिस दे करके आप जी धन श्री गुरु ग्रंथ साहिब जी हजूरी विच बैठे हो, बंदा बैठ नहीं सकता। सुभावक जी गल है, बह नहीं हो सकता। माड़े कर्म ते माड़े थां ते तुहाडा दिल लगदा है, प्रैक्टिकल करके देखियो। गुरु दी बाणी पढ़नी होवे, गुरु दा हरि जस सुनना होवे जां करना होवे, फिर इंसान नूं आलस घेर लैंदी है। ਉਹ ਨਹੀਂ ਆਲਸ ਆਉਂਦੀ। ਮਾਰ ਕਹਿੰਦੇ ਨੇ ਚੰਗਿਆਈ ਆਲਸ ਕਰੇ, ਬੁਰਿਆਈ ਹੋਏ ਸ਼ੇਰ। ਉਹ ਨਹੀਂ ਆਲਸ ਆਉਂਦੀ ਹੈ। ਮਾੜੇ ਕੰਮ ਨੂੰ ਆਲਸ ਨਹੀਂ ਆਉਂਦੀ, ਮਾੜੇ ਕੰਮ ਨੂੰ ਬੰਦਾ ਸ਼ੇਰ ਬਣ ਜਾਂਦਾ ਹੈ। ਗੁਰੂ ਦਾ ਜਸ ਸੁਣਨਾ ਹੋਵੇ, ਕਰਨਾ ਹੋਵੇ ਨਾ, ਫਿਰ ਆਲਸ ਆਊਗੀ। ਕੀ ਹੈ ਵੀ ਆਵਾਜ਼ ਘਰ ਵਿੱਚ ਆ ਰਹੀ ਹੈ। ਪ੍ਰਬੰਧਕਾਂ ਨੇ ਕਿੱਡਾ ਉਪਰਾਲਾ ਕੀਤਾ ਹੈ। ਅੱਜ ਦੇ ਜ਼ਮਾਨੇ ਵਿੱਚ ਇਹ ਸਤਸੰਗ ਕਰਾਉਣਾ ਤੇ ਕਰਨਾ ਇਹੀ ਔਖਾ ਹੈ। ਪੜ੍ਹਦੇ ਸਾਰੇ ਹੁੰਨੇ ਹੋ ਨਾ, ਆਖਣ ਔਖਾ ਸਾਚਾ ਨਾ ਹੋ, ਇਹੀ ਬਸ ਔਖਾ ਹੈ। ਸੁਣਨਾ ਵੀ ਔਖਾ, ਕਹਿਣਾ ਵੀ ਔਖਾ। ਫਿਰ ਕਹਿੰਦੇ ਘਰ ਵਿੱਚ ਆਵਾਜ਼ ਆਉਂਦੀ ਹੈ ਵੀ ਕੀ ਕਰਾਂਗੇ ਗੁਰਦੁਆਰੇ ਜਾ ਕੇ। ਪ੍ਰਬੰਧਕਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਵੀ ਨਗਰ ਦੇ ਭਲੇ ਵਾਸਤੇ ਕਿਸੇ ਦੇ ਕੋਈ ਪੱਲੇ ਪਵੇ ਕੋਈ ਗੱਲ। ਸਾਰੇ ਨੇ ਕਹਿਤਾ ਨਾ, ਦਾਸ ਨੇ ਵੀ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ। ਮੈਂ ਵੀ ਕਿਹਾ, ਤੁਸੀਂ ਵੀ ਕਿਹਾ, ਸੁਣ ਲਿਆ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ। ਗੁਰੂ ਜੀ ਜਿਹੜੀ ਗੱਲ ਕਹਿੰਦੇ ਹਨ, ਪ੍ਰਤੱਖ ਗੁਰੂ ਨਿਸਤਾਰੇ। ਪਤਾ ਵੀ ਮਹਾਰਾਜ ਕਿਰਪਾ ਕਰ ਦਿੰਦੇ ਆ, ਪਰ ਅਜੇ ਨੇਚਾ ਨਹੀਂ ਵੱਜਾ, ਭਰੋਸਾ ਨਹੀਂ ਵੱਜਿਆ। ਅਜੇ ਭਰੋਸਾ ਨਹੀਂ ਵੱਜਾ ਸਾਡਾ ਭਾਈ। ਹਜੇ ਅਸੀਂ ਬੜੇ ਦੂਰ ਆ ਗੁਰਬਾਣੀ ਤੋਂ ਵੀ। ਹਜੇ ਤਾਂ ਪਖੰਡੀਆਂ ਹੀ ਨਾ ਖਹਿੜਾ ਨਹੀਂ ਛੱਡਦੇ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਂਦ ਵਿੱਚ ਨਾ ਆਉਂਦੇ, ਗੁਰੂ ਨਾ ਹੁੰਦੇ, ਤਾਂ ਸਾਡੀ ਬੁਰੀ ਹਾਲਤ ਹੋ ਜਾਣੀ ਸੀ। ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਪਹਿਲਾਂ ਸਰੂਪ ਤਿਆਰ ਕਰਵਾ ਕੇ ਪੋਥੀਆਂ, ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਸਭ ਦੀ ਇਕੱਤਰ ਕਰਕੇ ਬੋਹਿਤ ਤਿਆਰ ਕਰ ਲਿਆ ਸੀ। ਅੱਜ ਦੇ ਦਿਨ 1604 ਈਸਵੀ ਭਾਦਰੋਵਦੀ ਏਕਮ ਸ੍ਰੀ ਦਰਬਾਰ ਸਾਹਿਬ ਵਿਖੇ ਰਾਮਸਰ ਤੋਂ ਚੱਲ ਕੇ ਨਗਰ ਕੀਰਤਨ ਦੇ ਰੂਪ ਵਿੱਚ ਭਾਈ ਹਰੀਆ ਜੀ
ਭਾਈ ਸੰਤ ਦਾਸ, ਭਾਈ ਮਨਸਾ ਰਾਮ, ਭਾਈ ਗੁਰਦਾਸ ਜੀ, ਹੋਰ ਸਿਆਣੇ ਸਿਆਣੇ ਗੁਰਸਿੱਖ ਤੇ ਬਾਕੀ ਸੰਗਤ ਦਾ ਕਾਫਲਾ ਰਾਮਸਰ ਤੋਂ ਚੱਲ ਕੇ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਪਤਾ ਹੀ ਹੈ ਬਾਬਾ ਬੁੱਢਾ ਜੀਆਂ ਦੇ ਸਿਰ ਤੇ ਸਰੂਪ ਹੈ ਮਹਾਰਾਜ ਜੀਆਂ ਦਾ। ਗੁਰੂ ਅਰਜਨ ਦੇਵ ਜੀ ਚੌਰ ਕਰ ਰਹੇ ਹਨ, ਭਾਈ ਹਰੀਆ ਜੀ ਜਲ ਛਿੜਕ ਰਹੇ ਹਨ। ਇਉਂ ਸੰਗਤ ਜਾਰੀ ਹੈ, ਮਹਾਰਾਜ ਦੇ ਜਕਾਰੇ ਲੱਗਦੇ ਜਾ ਰਹੇ ਆ। ਤੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਸੂਰਜ ਪ੍ਰਕਾਸ਼ ਲਿਖਿਆ ਹੈ, ਬਾਬਾ ਬੁੱਢਾ ਖੋਲੋ ਗ੍ਰੰਥ, ਹੁਕਮ ਨਾਏ ਲਾਏ ਸੁਣੇ ਸਾਰਾ ਪੰਥ। ਕਹਿਣ ਲੱਗੇ ਬਾਬਾ ਜੀ ਪ੍ਰਕਾਸ਼ ਕਰੋ। ਪ੍ਰਕਾਸ਼ ਕੀਤਾ। ਸਭ ਨੂੰ ਹੀ ਪਤਾ ਹੈ ਕਿ ਪਹਿਲਾ ਹੁਕਮਨਾਮਾ ਆਇਆ ਸੀ ਸੂਹੀ ਮਹੱਲਾ ਪਹਿਲਾ, ਸੰਤਾਂ ਕੇ ਕਾਰਜ ਆਪ ਖਲੋਇਆ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੁਣ ਲਿਆ ਤਾਂ ਸਾਰਿਆਂ ਨੇ, ਕਿਰਪਾ ਹੋ ਗਈ। ਪਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਨੇ ਗੁਰੂ ਕੀ ਬਾਤ ਮੰਨ ਲਈ, ਇਹ ਉਹਨਾਂ ਦੇ ਵਾਰੇ ਨਿਆਰੇ ਨੇ। ਧੁਰ ਕੀ ਬਾਣੀ ਆਈ, ਇਹ ਆਮ ਨਹੀਂ ਹੈ, ਇਹ ਗੁਰਬਾਣੀ ਧੁਰ ਦਰਗਾਹ ਤੋਂ ਆਈ ਹੈ, ਅਕਾਲ ਪੁਰਖ ਨੇ ਭੇਜੀ ਹੈ। ਦਸਵੇਂ ਪਾਤਸ਼ਾਹ ਜੀ ਨੇ 1708 ਵਿੱਚ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਿੱਤੀ ਸੀ ਨਾ, ਤੇ ਕੀ ਕਿਹਾ ਸੀ? ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਅੱਗੇ ਕੀ ਕਿਹਾ ਫਿਰ ਮਹਾਰਾਜ ਨੇ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਗੁਰਾਂ ਕੀ। ਝੂਠਾ ਨਹੀਂ ਕਿਹਾ, ਸੱਚਮੁੱਚ ਸਦ ਸੁਣਦਾ ਸਦ ਵੇਖਦਾ, ਇਹ ਦੋ ਸ਼ਬਦ ਹਨ। ਸਦ ਸੁਣਦਾ ਸਦ ਵੇਖਦਾ ਕਿਉ ਮੁੱਕਰ ਪਿਆ ਜਾਏ। ਦੂਸਰਾ ਸ਼ਬਦ ਹੈ ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਮਹਾਰਾਜ ਜੀ ਸਦ ਸੁਣਦੇ ਨੇ ਸਦ ਦੇਖਦੇ ਨੇ। ਇਹ ਨਾ ਸਮਝਿਓ ਕਿ ਮੈਨੂੰ ਦੇਖਦੇ ਹੀ ਨਹੀਂ ਮਹਾਰਾਜ ਜੀ ਕਿਤੇ। ਅੱਜ ਕਿਰਪਾ ਸਬਬ ਬਣਿਆ ਦਾਸ ਦਾ ਤੁਹਾਡੇ ਨਗਰ ਨਾਲ, ਤੇ ਗੱਲਾਂ ਦਾ ਧਿਆਨ ਰੱਖਿਓ ਕਿ ਮਹਾਰਾਜ ਜੀ ਸੁਣਦੇ ਵੀ ਨੇ ਤੇ ਦੇਖਦੇ ਵੀ ਨੇ, ਤੇ ਆਪਾਂ ਕੋਲ ਬੈਠੇ ਗੱਲਾਂ ਮਾਰਨੋਂ ਨਹੀਂ ਹਟਦੇ। ਕੋਲ ਬੈਠੇ ਸਾਨੂੰ ਡਰ ਨਹੀਂ ਆਉਂਦਾ, ਭੈ ਨਹੀਂ ਆਉਂਦਾ। ਹੋਰਾਂ ਨੂੰ ਨਹੀਂ ਭੈ ਆਉਂਦਾ, ਭੈ ਚੱਕਿਆ ਜਾਂਦਾ। ਕਿਉਂ? ਚਕਾਉਣ ਵਾਲੇ ਅਸੀਂ ਹੋਈ ਹਾਂ, ਸਾਡੇ ਵਰਗੇ ਨੇ ਚਕਾਉਣ ਵਾਲੇ। ਰੋਹ ਵਿਚਾਰ ਕੇ ਨੇ ਸਾਰੇ ਜਿੰਨੇ ਵੀ ਤੁਸੀਂ ਪ੍ਰਚਾਰਕ ਇਕੱਠੇ ਕਰ ਲਓ, ਸਾਰੇ ਪ੍ਰਚਾਰਕ ਇਕੱਠੇ ਕਰ ਲਓ, ਕਿਸੇ ਦਾ ਬਿਆਨ ਕਿਸੇ ਨਾਲ ਮਿਲਦਾ ਹੀ ਨਹੀਂ ਹੈ। ਕੋਈ ਹੋਰ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਕਿਤਾਬੀ ਗਿਆਨ ਹੁੰਦਾ ਹੈ ਨਾ, ਕਿਤਾਬ ਪੜ੍ਹ ਕੇ ਇੱਕ ਅਨੁਭਵ ਗਿਆਨ ਹੁੰਦਾ ਹੈ, ਅੰਦਰੋਂ ਗਿਆਨ ਹੋ ਜਾਣਾ, ਇੱਕ ਕਿਤਾਬਾਂ ਪੜ੍ਹ ਕੇ ਹੋਣਾ। ਕਿਤਾਬਾਂ ਪੜ੍ਹ ਕੇ ਜਿਹੜਾ ਗਿਆਨ ਹੈ ਸ਼ੰਕੇ ਉਤਪੰਨ ਕਰ ਦਿੰਦਾ ਹੈ, ਸ਼ਰਧਾ ਤੋੜ ਦਿੰਦਾ ਹੈ, ਵਿਸ਼ਵਾਸ ਤੇ ਭਰੋਸਾ ਨਹੀਂ ਰਹਿੰਦਾ। ਜਦੋਂ ਬੰਦਾ ਅਭਿਆਸ ਕਰਦਾ ਹੈ, ਅਭਿਆਸ ਕਰਦੇ ਕਰਦੇ ਤੇ ਕਪਾਟ ਖੁੱਲ੍ਹਦੇ ਨੇ, ਅਨੁਭਵ ਗਿਆਨ ਜਦੋਂ ਹੁੰਦਾ ਹੈ ਨਾ, ਫਿਰ ਪਤਾ ਲੱਗਦਾ ਵੀ ਸਤਿਨਾਮ ਰੱਬ ਹੈ। ਜੇ ਨਾ ਹੋਂਦ ਵਾਲਾ ਹੁੰਦਾ ਇਹ ਸ੍ਰਿਸ਼ਟੀ ਨੂੰ ਕੌਣ ਖੜਾਉਂਦਾ? ਜੇ ਕੋਈ ਤਾਕਤ ਹੈ ਤਾਂ ਹੀ ਸ੍ਰਿਸ਼ਟੀ ਕੜੀ ਆ। ਜੇ ਕੋਈ ਤਾਕਤ ਹੈ ਦੁਨੀਆ ਨੂੰ ਥੰਮਿਆ ਖੜਾ ਹੈ, ਆਕਾਸ਼ ਬਿਨਾ ਗਗਨ ਥੰਮ ਰਹਾ ਆ। ਆ ਜਿਹੜਾ ਐਡਾ ਵੱਡਾ ਆਕਾਸ਼ ਹੈ, ਕੋਈ ਸਾਇੰਸ ਦੱਸ ਸਕਦੀ ਵੀ ਕਿੱਥੋਂ ਤੱਕ ਹੈ? ਕੋਈ ਸਾਇੰਸ ਇੱਦਾਂ ਦੀ ਹੈ ਵੀ ਜਿਹੜੀ ਆਕਾਸ਼ ਦੱਸ ਸਕੇ ਵੀ ਆਕਾਸ਼ ਹੈ ਕਿੱਥੋਂ ਤੱਕ? ਕੋਈ ਨਹੀਂ ਦੱਸ ਸਕਦਾ। ਇੱਥੇ ਇੱਕ ਸ਼ਬਦ ਆਪਾਂ ਵਰਤ ਸਕਦੇ ਹਾਂ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਉਹ ਆਪ ਹੀ ਜਾਣਦਾ ਹੈ। ਜਿਹਨੇ ਜਗਤ ਉਪਾਇਆ, ਆਪਣੇ ਵਰਗੇ ਲੋਕ ਨਹੀਂ ਜਾਣ ਸਕਦੇ। ਇੱਥੇ ਤਾਂ ਬ੍ਰਹਮਾ ਨੇ ਨਹੀਂ ਭੇਦ ਪਾਇਆ। ਮਹਿਮਾ ਨਾ ਜਾਣੈ ਭੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਕੀ ਕਹੋਗੇ ਤੁਸੀਂ? ਇੱਥੇ ਕਿਸੇ ਨੇ ਵੇਦ ਨਹੀਂ ਤੇ ਨਹੀਂ ਅੰਤ ਪਾਇਆ ਮਹਾਰਾਜ ਜੀਆਂ ਦਾ, ਨਾ ਕੋਈ ਪਾ ਸਕਦਾ ਹੈ।
ना कोई ताकत रखता है भी मैं अंत पा लिया, अंत नहीं पा सकता। ये तो समुंदर है, ना समुंदर का अंत पै सकता ते ना दाते का। सरो विचार कहते हैं बाणी गुरु, गुरु है बाणी मन लिया, पर मनूगा कौन? कहण नाल नहीं कुछ होना, बातां गैल कुछ नहीं होना। मारे कहते ने जिहड़ी बाणी है ना, ये बाणी लुकाई दे भले वास्ते आई हुई है। गुरु जी कहते हैं 84 सिद्ध सुनियो हुण, जिन्हां बाबियां ने जाके चरण पढ़ते हैं ना आपां, जो तांत्रिक बाबे खास करके जिन्हां ने चरण फड़दे हो जा जा के, बाबा जी कहते ने 84 सिद्ध, 1.25 लाख पैगंबर, 52 वीर, 9 नाथ, जिन्ने भी 33 करोड़ देवी देवते हैं, सारे गुरु ग्रंथ साहिब महाराज दे चरनां 'च हथ जोड़ खली सब हुई, सारे खड़े लो ते अपना हाल देखियो। हुण इत्थे तां मन्नण दी है, जिन्हां ने मन्ने उन्हां दे वारे नियारे हैं, कहण नाल कुछ नहीं होना, मन्नण दे आ। सुनिया मन्निया मन कीता भाओ, पढ़दे सारे ही हो ना। हुण बोलो भाई, सुनिया मन्निया मन कीता भाओ। हुण इन्हां च आपदे अंदर झाती मार के देखो, असीं भाव कर लिया, मन लिया कि असीं प्यार करना सिख गए हैं, कि सानू बाणी पढ़नी आ गई है, कि असीं गुरु की मर्यादा दे, गुरु ने कहा पहला गुरु धारण करो, अमृत छको, खांडे बट्टे दे धारनी वो हो गए हैं, कुछ भी नहीं पल्ले, कुछ भी नहीं पिया। ते महाराज कहते ने बाणी है ना जेड़ी, ये तो भाई सब दुख मिटाउण वास्ते आई सी, दुनिया के भले नूं आई हुई है। पढ़ो सारे प्यार नाल। बाणी तुर दरगाह आई है, दुनिया दे तारने नो, बाणी तुर दरगाह आई है, दुनिया दे तारने नो। तोर दरगाह आई है, दरगाह तो बाणी, दुनिया दे तारने नो, बाणी तोर दरगाह आई है, दुनिया दे तारने नो। प्यारे जी दुनिया दे तारने, प्यारे ओ दुनिया दे तारने नो। बाणी तोर दरगाह आई है, बाणी तोर दरगाह आई है, बाणी
ਤਾਰਨੇ ਨੂੰ, ਦੁਨੀਆ ਦੇ ਤਾਰਨੇ ਨੂੰ, ਦੁਨੀਆ ਦੇ ਬਾਣੀ ਧੁਰ ਦਰਗਾਹੋਂ ਆਈਏ, ਦੁਨੀਆ ਦੇ ਤਾਰਨੇ ਨੂੰ ਜੀ। ਬਾਣੀ ਧੁਰ ਦਰਗਾਹੋਂ ਆਈ ਹੈ, ਦੁਨੀਆ ਦੇ ਤਾਰਨੇ ਨੂੰ। ਬਾਣੀ ਆਈ ਤਿਨ ਸਗਲੀ ਚਿੰਤ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਇਉਂ ਕਰਕੇ ਮਹਾਰਾਜ ਜੀਆਂ ਨੇ ਬਾਣੀ ਭਲੇ ਵਾਸਤੇ ਰਚੀ ਹੈ। ਗੁਰੂ ਜੀ ਕਹਿੰਦੇ ਨੇ ਧੁਰ ਕੀ ਬਾਣੀ ਆਈ, ਇਹ ਧੁਰ ਦਰਗਾਹ ਤੋਂ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੂਲ ਮੰਤਰ ਸਾਹਿਬ ਲੈ ਕੇ ਆਂਦਾ, ਉਹ 'ਚ ਵੀ ਕਿਰੰਤੂ ਪਰੰਤੂ ਹੋ ਗਈ ਆ। ਕੋਈ ਕਹਿੰਦਾ ਜੀ ਗੁਰਪ੍ਰਸਾਦ ਤੱਕ ਪੜੋ, ਤੇ ਕੋਈ ਕਹਿੰਦਾ ਨਾਨਕ ਹੋਸੀ ਭੀ ਸਚ ਤੱਕ ਪੜੋ। ਕਿਹਦੀ ਮੰਨੋਗੇ? ਕਿ ਪੜਨ ਵਾਲੇ ਪਹਿਲਾਂ ਆ ਗਏ ਕਿ ਸਾਧੂ ਪਹਿਲਾਂ ਆਏ ਸਨ? ਮਹਾਰਾਜ ਕਹਿੰਦੇ ਹਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮੂਲ ਮੰਤਰ ਲੈ ਕੇ ਆਂਦਾ। ਇਹ ਸਾਧੂਆਂ ਕੋਲ ਜੁਗਤੀਆਂ ਹੁੰਦੀਆਂ ਨੇ, ਆਮ ਇਨਸਾਨ ਕੋਲ ਨਹੀਂ। ਕਿੰਤੂ ਪਰੰਤੂ ਬਹੁਤ ਹੋ ਜਾਏਗਾ, ਕ੍ਰਿਟਿਸਾਈਜ਼ ਪੈਦਾ ਹੋ ਜਾਂਦੇ ਆ। ਬਾਣੀ ਪੜੋ, ਭਾਵੇਂ ਅੱਧੀ ਪੜੋ ਜਾਂ ਪੂਰੀ ਪੜੋ, 2 ਅਸ਼ਟਪਦੀਆਂ ਪੜ੍ਹ ਲਓ ਜਾਂ 4 ਪੜ੍ਹ ਲਓ, 12 ਪੜ੍ਹ ਲਓ, ਪਰ ਭਾਵਨਾ ਰੱਖੇ, ਸ਼ਰਧਾ ਰੱਖੇ। ਬੱਧਾ ਚੱਟੀ ਜੋ ਪਰੈ, ਨਾ ਗੁਣ ਨਾ ਉਪਕਾਰ। ਗੁਰੂ ਜੀ ਕਹਿੰਦੇ ਨੇ ਬਾਣੀ ਪੜ੍ਹ ਲਗਿਆ ਧੌਣ ਘੁੰਮ ਰਹੀ ਹੈ, ਅੰਗ ਚੱਲੀ ਜਾ ਰਹੇ ਨੇ, ਧੌਣ ਘੁੰਮ ਰਹੀ ਹੈ, ਅੰਗ ਚੱਲੀ ਜਾ ਰਹੇ ਨੇ, ਮਨ ਦਾ ਪਤਾ ਹੀ ਨਹੀਂ ਹੈ। ਮਨ ਦੀ ਅਵਸਥਾ ਦੀ ਗੱਲ ਮਹਾਰਾਜ ਨੇ ਇੱਥੇ ਨਾਮ ਤੇ ਬਾਣੀ, ਸੇਵਾ ਤੇ ਸਿਮਰਨ। ਪੜ੍ਹਦੇ ਤਾਂ ਸਾਰੇ ਹੀ ਆ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਚਿੰਤ ਮਤਲਬ ਚਿੰਤਾ। ਚਿੰਤਾ ਤਾਂ ਹੀ ਮਿਟੂ ਜੇ ਸ਼ਰਧਾ ਤੇ ਭਾਵਨਾ ਨਾਲ ਪੜ੍ਹੇਗਾ। ਇੱਥੇ ਤਾਂ ਤੂੰ ਸਮਾਂ ਵਿਚਾਰੀ ਬੈਠਾ ਹੈ ਵੀ ਬਸ ਇੰਨੇ ਕੁ ਵਜੇ ਭੋਗ ਪੈ ਜਾਣਾ, ਹੁਣ ਘਰ ਨੂੰ ਚਲੇ ਜਾਣਾ ਆਪਾਂ। ਕਾਹਦਾ ਤੇਰਾ ਜੀਅ ਤਾਂ ਲੱਗਿਆ ਨਹੀਂ ਹੈਗਾ ਸਤਸੰਗ ਵਿੱਚ ਆ ਕੇ। ਤੇਰੇ ਮਹਾਰਾਜ ਕੋਲ ਆ ਬੈਠ ਕੇ ਤੇਰਾ ਜੀ ਨਹੀਂ ਲੱਗਿਆ, ਹੋਰ ਤੇਰਾ ਜੀ ਲੱਗੂਗਾ ਕਿੱਥੇ ਭਾਈ? ਮਨ ਤੇਰਾ ਭਟਕਦਾ ਫਿਰਦਾ ਹੈ, ਸ਼ਾਂਤੀ ਹੈ ਹੀ ਨਹੀਂ। ਗੁਰਬਾਣੀ ਵੀ ਪੜ੍ਹਦਾ ਹੈ, ਸੇਵਾ ਵੀ ਕਰਦਾ ਹੈ, ਸਿਮਰਨ ਵੀ ਕਰਦਾ ਹੈ, ਸ਼ਾਂਤੀ ਹੋਈ ਨਹੀਂ ਹੈ। ਜੇ ਤੇਰੀ ਬਾਣੀ ਪੜ੍ਹ ਕੇ ਵੀ ਤੇਰੇ ਮਨ ਨੂੰ ਸ਼ਾਂਤੀ ਨਾ ਆਈ, ਭਗਤ ਕਬੀਰ ਸਾਹਿਬ ਕਹਿੰਦੇ ਨੇ ਮਨ ਨਿਰਮਲ ਭਇਆ। ਅੱਗੇ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ। ਬੋਲਿਆ ਕਰੋ ਕਹਿਤ ਕਬੀਰ ਕਬੀਰ। ਲੋ ਐਦਾਂ ਮਨ ਹੋ ਸਕਦਾ ਹੈ ਸਾਡਾ? ਸਾਡਾ ਤਾਂ ਮਨ ਹੈ ਜੇ ਹੋਇਆ ਹੀ ਨਹੀਂ। ਸੰਤ ਫਲਾਣੀ ਦਾ ਕਹਿੰਦੇ ਵੀ ਫਲਾਣੀ ਦਾ ਬਾਬਾ ਬੜਾ ਵਧੀਆ ਹੈ, ਉਹ ਤਾਂ ਜਾਂਦੇ ਸਾਰੀ ਗੱਲ ਦੱਸ ਦਿੰਦਾ ਹੈ। ਅਗਾਤਰੇ ਵਾਲ ਵੀ ਤੁਰ ਪੈਂਦੇ ਨੇ ਉੱਥੇ ਫਟਾਫਟ ਵੀ ਚਲੋ ਚੱਲਦੇ ਆ, ਖਰੇ ਕੁਛ ਮਿਲ ਹੀ ਜਾਵੇ। ਜਿਹਦਾ ਦੁਆਰੇ ਜਿਹੜਾ ਤੇ ਜਿਹਦੀ ਇੱਥੋਂ ਨਹੀਂ ਝੋਲੀ ਭਰੀ, ਇੱਕੋ ਗੱਲ ਕਵਾਂਗੇ, ਜਿਹਦੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਤੋਂ ਝੋਲੀ ਨਹੀਂ ਨਾ ਭਰੀ, ਇੱਥੇ ਨਹੀਂ ਆ ਕੇ ਰੱਜਿਆ, ਜਿੱਥੇ ਮਰਜ਼ੀ ਧੱਕੇ ਖਾ ਲਵੇ, ਰੱਜਦਾ ਕਿਤੇ ਵੀ ਨਹੀਂ ਹੈ, ਕਿਤੇ ਨਹੀਂ ਰੱਜ ਸਕਦਾ। ਸਾਰੇ ਗੱਲਾਂ ਤਾਂ ਬਥੇਰੀਆਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਮੰਨਣ ਦੀਆਂ, ਮਹਾਰਾਜ ਜੀਆਂ ਨੂੰ ਪ੍ਰਤੱਖ ਸਮਝਦੇ ਹੋ, ਪਰ ਪ੍ਰਤੱਖ ਸਮਝਿਆ ਨਹੀਂ ਹਜੇ। ਜਦੋਂ ਪ੍ਰਤੱਖ ਸਮਝ ਗਏ ਫਿਰ ਗੁਰੂ ਪ੍ਰਤੱਖ ਹੀ ਨਿਸਤਾਰੂਗਾ। ਤੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਇਹ ਤਾਂ ਸੁੱਖਾਂ ਦੀ ਦਾਤੀ ਹੈ, ਇਹ ਤਾਂ ਸੁੱਖ ਦਿੰਦੀ ਹੈ। ਗੁਰੂ ਜੀ ਰੋਜ਼ ਪੜ੍ਹਦੇ ਨੇ, ਰਹਿ ਰਾਸ ਦੇ ਸ਼ਾਮ ਨੂੰ ਰੋਜ਼ ਪੜ੍ਹਦੇ ਹੋ, ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਇਹਦਾ ਕੀ ਅਰਥ ਕਰੋਗੇ? ਬਾਬਾ ਜੀ ਅਸੀਂ ਬਾਣੀ ਪੜ੍ਹਦੇ ਆ, ਦੁੱਖ ਹੀ ਆਉਂਦੇ ਨੇ।
ਇਹੀ ਸੁਣੀਦਾ ਲੋਕਾਂ ਤੋਂ। ਬਾਬਾ ਜੀ ਮੈਂ ਸੁਖਮਨੀ ਸਾਹਿਬ ਦੇ ਬਹੁਤ ਪਾਠ ਕਰਦਾ ਜਾਂ ਕਰਦੀ ਹਾਂ, ਦੁੱਖ ਹੀ ਆਉਂਦੇ ਨੇ। ਇੱਥੇ ਤਾਂ ਗੁਰੂ ਜੀ ਕਹਿੰਦੇ ਨੇ ਦੁੱਖਾਂ ਦੀ ਦਾਰੂ ਬਣੂਗੀ, ਸੁੱਖ ਰੋਗ ਲੱਗ ਜਾਣਗੇ। ਪਰ ਜੇ ਸੁਣਿਆ ਨਹੀਂ, ਮੰਨਿਆ ਨਹੀਂ, ਮਰ ਗਏ ਨੇ, ਮੰਨਿਆ ਤਾਂ ਹੈ ਹੀ ਨਹੀਂ ਹਜੇ ਗੁਰੂ। ਜਦੋਂ ਗੁਰੂ ਮੰਨ ਗਏ ਨਾ, ਕਿਤੇ ਜਾਓਗੇ ਨਹੀਂ ਇਹ ਦਰ ਤੋਂ ਛੱਡ ਕੇ, ਤੇ ਤਾਂ ਸਗਲ ਦਵਾਰ ਕੋ ਛੱਡ ਕੇ ਗਏ ਉਹ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਹੈ ਮਹਾਰਾਜ ਜੀ ਦੇ ਘਰ ਦੀ ਵਿਚਾਰਧਾਰਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਕੀ ਆਪਾਂ ਕਰਦੇ ਆ? ਮਰ ਕਹਿੰਦੇ ਹਨ ਸੁੱਖ ਘਰ ਲੈ ਕੇ ਜਾਏਗਾ ਤੂੰ। ਇਹ ਸੁੱਖਾਂ ਦੀ ਦਾਤੀ ਆ। ਇਹ ਸੁੱਖ ਮਹਾਰਾਜ ਦੁੱਖ ਰੱਖ ਲੈਂਦੇ ਆ ਤੇ ਸੁੱਖ ਦੇ ਦਿੰਦੇ ਆ। ਪਰ ਜੇ ਕੋਈ ਬੰਦਾ ਕਵੇ ਕਿ ਮੈਂ ਹਮੇਸ਼ਾ ਲਈ ਸੁਖੀ ਹੋਣਾ ਚਾਹੁੰਦਾ ਆ, ਤੇ ਮਹਾਰਾਜ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਦੇਖੋ ਫਿਰ ਮਹਾਰਾਜ ਕਿਰਪਾ ਕਿੱਡੀ ਕਰਦੇ ਆ। ਪਰ ਬਾਣੀ ਪੜ੍ਹਨੀ ਆ ਜਾਵੇ, ਬਾਣੀ ਸੁਣਨੀ ਆ ਜਾਵੇ ਤਾਂ ਫਾਇਦਾ ਹੈ ਗੁਰਪੁਰਬ ਬਣਾਏ ਦਾ ਵੀ। ਆਪਾਂ ਖੰਡੇ ਬਾਟੇ ਦੇ ਧਾਰਨੀ ਹੋ ਜਾਈਏ। ਐਡਾ ਵੱਡਾ ਮਹਿਲ ਤਿਆਰ ਕੀਤਾ ਆਪਾਂ, ਇਹ ਕੋਈ ਖੁਸ਼ੀ ਗਮੀ ਵਾਸਤੇ ਨਹੀਂ ਤਿਆਰ ਕੀਤਾ ਵੀ ਤੇ ਖੁਸ਼ੀ ਦੇ ਕਾਰਜ ਕਰ ਲਓ, ਗਮੀ ਦੇ ਕਾਰਜ ਕਰ ਲਓ। ਗੁਰਦੁਆਰੇ ਦਾ ਅਰਥ ਹੈ ਸਿੱਖਿਆ ਕੇਂਦਰ। ਇੱਥੇ ਸਿੱਖਿਆ ਲੈਣ ਆਉਨੇ ਆਪਾਂ, ਆਪਣੀ ਆਤਮਾ ਨੂੰ ਜਗਾਉਣ ਵਾਸਤੇ ਆਉਨੇ। ਜਿਹੜਾ ਮਨ ਹੈ ਨਾ, ਜਿਹੜਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਾਂ ਤਾਂ ਕਦੇ ਕਿਹਾ ਹੀ ਨਹੀਂ ਹੈ। ਅਸੀਂ ਤਾਂ ਕਹਿੰਦੇ ਵੀ ਆਹ ਜਗ ਮਿੱਠਾ, ਅੱਗੇ ਕਿੰਨੇ ਡਿੱਠਾ। ਇਹ ਤਾਂ ਗੱਲਾਂ ਨੇ ਕਹਿਣ ਦੀਆਂ। ਪਰ ਜਦੋਂ ਮਨ ਕਹਿੰਦੇ ਨੇ ਜਾਏਂਗੇ ਨਾ ਦੁਨੀਆ ਨੂੰ ਛੱਡ ਕੇ, ਫੇਰ ਪਤਾ ਲੱਗਣਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੰਨਿਆਂ ਦਾ ਭਲਾ ਕਰ ਰਹੇ ਆ। ਦਰਬਾਰ ਸਾਹਿਬ ਜਾਂਦੇ ਹੋ ਨਾ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੁਸੀਂ ਦੇਖਦੇ ਹੋ। ਜਿਹਨੂੰ ਕੰਨਾਂ ਤੋਂ ਸੁਣਦਾ ਨਹੀਂ ਉਹਨੂੰ ਸੁਣ ਲੱਗ ਜਾਂਦਾ ਸਰੋਵਰ 'ਚ ਇਸ਼ਨਾਨ ਕਰਕੇ। ਪਿੰਗਲੇ ਜਾਂਦੇ ਨੇ, ਹੁਣ ਵੀ ਕੁਰਸੀਆਂ ਤੇ ਬਹਿ ਕੇ ਜਾਂਦੇ ਨੇ, ਸਰੋਵਰ 'ਚ ਇਸ਼ਨਾਨ ਕਰਕੇ ਠੀਕ ਹੋ ਜਾਂਦੇ ਆ। ਅੱਖਾਂ ਦੀ ਰੋਸ਼ਨੀ ਜਿਹਦੀ ਗਈ ਹੈ, ਸਰੋਵਰ 'ਚ ਇਸ਼ਨਾਨ ਕਰਦਾ, ਅੱਖਾਂ ਦੀ ਰੋਸ਼ਨੀ ਹੋ ਜਾਂਦੀ ਆ। ਗੂੰਗੇ ਗਏ ਆ, ਬੋਲਣ ਲੱਗ ਜਾਂਦੇ ਆ। ਹੋਰ ਇਹ ਪ੍ਰਤੱਖ ਕੀ ਚਾਹੀਦਾ ਤੁਹਾਨੂੰ ਭਾਈ? ਇਸ ਤੋਂ ਪ੍ਰਤੱਖ ਕੋਈ ਵੀ ਨਹੀਂ ਹੈ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਕੀ ਕਹੋਗੇ? ਇਹ ਤਾਂ ਐਡਾ ਵੱਡਾ ਗੁਰੂ ਦਾ ਘਰ ਹੈ। ਪਰ ਖੁਸ਼ੀ ਲੈਣ ਦੀ ਜਾਚ ਆ ਜਾਵੇ। ਜਦੋਂ ਸਾਨੂੰ ਜਾਚ ਆ ਜੂਗੀ ਨਾ ਲੈਣ ਦੀ, ਉਦੋਂ ਸਾਡੇ ਵਾਰੇ ਨਿਆਰੇ ਹੋ ਜਾਣਗੇ। ਇੱਥੇ ਤਾਂ ਦੁੱਧ ਨਾਲ ਦੁੱਧ, ਪੁੱਤ ਨਾਲ ਪੁੱਤ, ਕਾਰੋਬਾਰ ਨਾਲ ਕਾਰੋਬਾਰ, ਹਰੇਕ ਖੁਸ਼ੀ ਮਿਲਦੀ ਹੈ। ਤੁਸੀਂ ਦੇਖਦੇ ਹੋ ਨਾ ਵੀ ਕਹਿੰਦੇ 4 ਕਰੋੜ ਦੇ ਦਰਬਾਰ ਸਾਹਿਬ ਫੁੱਲ ਹੀ ਫੁੱਲ ਲੱਗੇ ਆ ਹੁਣ। 4 ਕਰੋੜ ਦੇ ਫੁੱਲ ਹੀ ਫੁੱਲ। ਲਾਉਣ ਵਾਲੇ ਦਿੱਲੀ ਦੇ ਸਰਦਾਰ ਆ। ਕਿੰਨੀ ਵੱਡੀ ਕਿਰਪਾ ਹੋਗੀ ਜਿਹਨੇ ਐਡੀ ਸੇਵਾ ਵਿਖਾਈ ਆ। ਸਾਨੂੰ ਤਾਂ ਸੇਵਾ ਕਰਨ ਲੱਗੇ ਬੜਾ ਔਖਾ ਲੱਗਦਾ ਹੈ। ਅਸੀਂ ਤਾਂ ਭਾਈ ਗੁਰਦੁਆਰੇ ਨੂੰ 10 ਰੁਪਏ ਦੇਣੇ ਸਾਨੂੰ ਬੜੇ ਔਖੇ ਲੱਗਦੇ ਆ। ਆਪਦੀ ਕਮਾਈ 'ਚੋਂ ਜਿਹੜੇ 52 ਬਚਨ ਨੇ ਨਾ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨ ਪੜ੍ਹ ਕੇ ਦੇਖਿਓ। ਉਹਦੇ ਵਿੱਚ ਮਹਾਰਾਜ ਜੀ ਨੇ ਦਸੌਂਦ ਲਿਖਿਆ ਹੈ, ਕਮਾਈ ਕਰੋ 10ਵਾਂ ਦਸੌਂਦ ਗੁਰੂ ਕੇ ਲੇਖੇ ਲਾਓ। ਹੁਣ ਨਿਗਾਹ ਮਾਰ ਕੇ ਦੇਖ ਲਿਓ, ਆਪਾਂ ਦਸੌਂਦ ਲੇਖੇ ਲਾਉਨੇ ਆ ਕਿ ਅਸੀਂ ਕਦੇ ਪਰਚੀ ਕਟਾਈ ਹੈ ਵੀ ਆ ਆਪਣੇ ਗੁਰੂ ਘਰ ਬਣਦਾ ਵੀ ਇੱਥੇ ਸੇਵਾ ਹੀ ਕਰਾ ਦਈਏ, ਵੀ ਆ ਚੱਲ 100 ਰੁਪਈਆ ਮਹੀਨੇ ਬਾਅਦ ਦੇ ਰਿਹਾ ਕਰੀਏ ਜਾਂ 1100 ਰੁਪਏ ਮਹੀਨੇ ਦਾ, ਕੋਈ ਫਰਕ ਨਹੀਂ ਪੈਂਦਾ। ਡਾਕਟਰਾਂ ਨੂੰ ਦਿੰਨੇ ਹੋ, ਆ ਮਾੜੀ ਜਿਹੀ ਲੜਾਈ ਹੋ ਜਾਵੇ ਥਾਣੇਦਾਰ ਜਦੀ ਆ ਜਾਂਦੇ ਨੇ, ਉੱਥੇ ਪੈਸੇ ਦੇ ਕੇ ਆਉਨੇ ਹੋ। ਪਰ ਗੁਰੂ ਘਰ ਨਹੀਂ, ਮਾੜੇ ਥਾਂ ਮਾਇਆ ਚਲੀ ਜਾਂਦੀ। ਅਰਦਾਸਾਂ ਕਰਿਆ ਕਰੋ, ਮਹਾਰਾਜ ਜੀ ਮਾੜੇ ਥਾਂ ਮਾਇਆ ਨਾ ਲਵਾਇਓ, ਆਪਦੇ ਚਰਨਾਂ 'ਚ ਦਸੌਂਦ ਲੈ ਲਓ, ਮਾੜੇ ਥਾਂ ਨਾ ਮਾਇਆ ਲਵਾਇਓ। ਅਰਦਾਸ ਕਦੇ ਕੀਤੀ ਨਹੀਂ ਹੈ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਬਾਣੀ ਪੜ੍ਹਦੇ ਆ ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਇਹ ਨਾਂਦੇੜ ਦੀ ਗੱਲ ਹੈ ਹਜ਼ੂਰ ਸਾਹਿਬ ਦੀ। ਗੁਰੂ ਜੀ ਕਹਿਣ ਲੱਗੇ ਬਾਣੀ ਪੜ੍ਹਦੇ ਹੋ ਭਾਈ, ਕੱਲ ਨੂੰ ਆ ਜਿਓ। ਫਿਰ ਸਾਰੇ ਸਿੰਘ ਸੱਦ ਲਏ, 2 ਜੱਥੇ ਬਣਾ ਲਏ। ਇੱਕ ਜੱਥੇ ਨੂੰ ਕਹਿ ਦਿੱਤਾ ਹੁਣ ਕਿਤੇ ਕ੍ਰਿਟਿਸਾਈਜ਼ ਨਾ ਕਰਨ ਲੱਗ ਜਿਓ, ਬਾਬਾ ਜੀ ਕੀ ਗੱਲ ਕਹਿੰਦੇ ਆ। 2 ਜੱਥੇ ਬਣਾਏ ਆ। ਇੱਕ ਜੱਥੇ ਨੂੰ ਮਹਾਰਾਜ ਜੀਆਂ ਨੇ ਸੁਖ ਨਿਧਾਨ ਕਹਿੰਦੇ ਥੋੜਾ ਥੋੜਾ ਛਕ ਲਿਓ, ਦੂਜਿਆਂ ਨੇ ਕਿਹਾ ਵੀ ਕੁਰਲੀਆਂ ਕਰਕੇ ਡੋਲ ਦਿਓ। ਇੱਕ ਜੱਥੇ ਨੇ ਕੁਰਲੀਆਂ ਕਰਕੇ ਡੋਲ ਦਿੱਤਾ, ਇੱਕ ਜੱਥੇ ਨੇ ਥੋੜਾ ਥੋੜਾ ਛਕ ਲਿਆ। ਫਿਰ ਮਹਾਰਾਜ ਜੀ ਦੂਸਰੇ ਦਿਨ ਮਿਲੇ, ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਹੁਣ ਦੱਸੋ ਭਾਈ, ਜਿਨ੍ਹਾਂ ਨੇ ਛਕਿਆ ਸੀ ਨਸ਼ਾ ਹੋਇਆ?
हाँ जी महाराज जी, जिन्होंने कुरलियां कीतियां सी, कहने महाराज जी नहीं, कहने तुहाडी गल दा जवाब है जेड़े बाणी गले दे उत्तों उत्तों पढ़दे हो। सुन लियो हुण, जेड़े गले दे उप्परों उप्परों जपजी साहब दी पाठ दी हाज़री भरदे हो, सुखमनी साहब दे पाठ दी हाज़री भरदे हो, अंदर जान नहीं ना दिंदे, नशा नहीं हुंदा, फिर नहीं नशा होना है। जदों अंदरों दिल तो आवाज आऊगी, मना तू खट्टिया ही नहीं कुछ, मना तू वाहिगुरू दा नाम जप, तू ध्यान इत्थे ला। जदों एक ओंकार बोलेगा तेरे कान सुनणगे। गुण गुण करके नहीं हुंदा पाठ, मूँह घुमा के पाठ नहीं हुंदा है। संत महाराज दसदे हुंदे सन, बैखरी बाणी पहला बोली जाती है, बैखरी मने मुख दे उत्तों बोली जाती है। थोड़ा समा कन्नां नूं सुन च लगाओ, प्रैक्टिकल करके देखियो, घर विच अभ्यास करोगे, जदों वाहिगुरू वाहिगुरू बोलोगे ना, मुख बोलेगा वाहिगुरू, कान सुनणगे, आपे ही बक्ता आपे ही ਸਰੋਤਾ। ਸਰੋਤਾ सुनने वाले नूं आखिया जाता है, बक्ता बोलण वाले नूं आखिया जाता है। जदों गुरबाणी दा पाठ तुसीं मुख तो बोलदे हो, कान सुनदे हन, फिर बंदे नूं आ दुनिया भुल जाती है। प्रैक्टिकल करके देखियो, दुनिया याद नहीं रहिंदी। जदों मुख बोलदा है, दिमाग किते होर उड्डिया फिरे, फिर गल नहीं बनती। पर यह ना बाणी पढ़नी छड्ड दिओ किते भी बाबा जी इकण कहंदे सन, छड्डणी नहीं है। इत्थे तां उमरां लंघ जांदियां ने, उमरां सारी उमरां लंघ जाती है पाठ करदिया करदिया नूं, तां जाके माड़ा मोटा किणका अंदर वसदा है, निमरता तां आउंदी है, नशा भी तां हुंदा है। फिर जदों नशा गुरबाणी दा हुंदा है तां भावें आरे थल्ले बिठा दिओ, देग च उबाल दिओ, रूह में लपेट दिओ। मारे कहंदे ने फिर भावें पुट्ठियां खल्लां भी लै जाण, चरखड़ियां ते भी चढ़ जाण, फिर नशा बाणी दा उतरदा नहीं है। जिन्हों चढ़ जावे, लाल रंग तिस कौ लगा, जिस कह वड भागा, मैड़ा कदे ना हो वई, नै लागै दागा। गुरु जी कहते ने पर यह रंग है ना जेड़ा लगदा भागा वालियां नूं ने, माड़े कर्मां वालियां नूं नहीं रंग चढ़दा ना। गुरु घर हाजरी भर सकते आ, सुन ही नहीं सकते। गुरु जी कहते हैं किसे कर्मां वालियां नूं नाम रंग चढ़दा, नाम रंग चढ़दा, भागा वालियां नूं नाम रंग चढ़दा, नाम रंग चढ़दा। किसे कर्मा वालियां नूं नाम रंग चढ़दा, नाम रंग चढ़दा। किसे कर्मा वालियां नूं नाम रंग चढ़दा, नाम रंग चढ़दा। कर्मा वालियां लाल रंग तिस को लगे, जिस के वड भागा, जी मैला कदे ना हो वई, नै लागे दागा। पर यही औखा है भी चढ़दा बड़ा औखा है, भरोसा नहीं ना बचदा भी किहदी गल मन्नीए, भी इन्ना कोई महात्मा किवें कहंदा है, कोई महात्मा किवें कहंदा है, किहदी बचन मन्नीए, समझ नहीं ना आउंदी। महाराज कहते जेड़ा तेरा दिल कहंदा, जेड़ा तेरा ज़मीर जिहदी भार मिलदा भी ये गल ठीक है, आपदे आप नूं चंगा लगे, बंदा बाणी बंदा खुश होके पढ़े, खुश होके चाओ नाल। महाराज कहते ने मन चाओ पया प्रभ आगम सुनिया। और तुसीं मना रहे हो ना, चाओ नाल ही मना रहे हो ना, खुशी नाल मना रहे हो भी अज महाराज दा अवतार दिहाड़ा है, प्रकाश दिहाड़ा है, खुशी नाल मना रहे। बच्चे तो नहीं मना रहे, आप खुशी नाल मना रहे हैं, क्योंकि साडे पिता जी हैं ते अपने पिता का प्रकाश दिहाड़ा मनाउणा साडे लई बहुत वधिया गल, मनाउणा भी चाहिए। सो रो विचार
ਗੁਰੂ ਜੀ ਕਹਿੰਦੇ ਨੇ ਇਹ ਗੱਲ ਪਰ ਬਹੁਤ ਔਖੀ ਹੈ, ਚੜ੍ਹਦਾ ਕਿਸੇ ਕਿਸੇ ਨੂੰ ਹੈ। ਪਰ ਇੱਥੇ ਗੁਰੂ ਜੀ ਕਹਿੰਦੇ ਨੇ ਮਾੜੇ ਕਰਮਾਂ ਵਾਲੇ ਸੰਗਤ ਵਿੱਚ ਨਹੀਂ ਆ ਸਕਦੇ। ਕਿਉਂ? ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੇ, ਜਹ ਬਿਗੰਧ ਤੈ ਜਾਏ। ਕਹਿੰਦੇ ਗੰਧ ਦੀ ਮੱਖੀ ਹਮੇਸ਼ਾ ਗੰਧ ਤੇ ਹੀ ਬੈਠੂਗੀ। ਪਾਪੀਆਂ ਨੂੰ ਚੰਗਾ ਨਹੀਂ ਲੱਗਦਾ ਨਾ ਨਾਮ ਸੁਣਨਾ ਨਾ ਬੋਲਣਾ। ਹੁਣ ਵੀ ਕੋਈ ਸੋਚਦੇ ਹੋਣਗੇ ਵੀ ਸਵੇਰੇ ਕੰਮ ਤੇ ਜਾਣਾ, ਬਾਬੇ ਹੁਣੀ ਰੌਲਾ ਪਾਉਣ ਲੱਗੇ ਪਏ ਨੇ, ਕਈ ਸੋਚਦੇ ਹੋਣਗੇ, ਮਨ 'ਚ ਖਿਆਲ ਆ ਜਾਂਦੇ ਹਨ ਵੀ ਕਿਤੋਂ ਸਪੀਕਰ ਬੰਦ ਹੋਊ। ਪਰ ਗੁਰੂ ਜੀ ਕਹਿੰਦੇ ਨੇ ਚੰਗਾ ਨਹੀਂ ਲੱਗਦਾ ਰੱਬ ਦਾ ਨਾਮ ਸੁਣਨਾ, ਕਿਉਂਕਿ ਰੱਬ ਨੇ ਉਹਦੀ ਕਿਸਮਤ 'ਚ ਡਿਲੀਟ ਮਾਰਿਆ ਹੋਇਆ, ਉਹ ਸੁਣ ਹੀ ਨਹੀਂ ਸਕਦਾ, ਉਹਦੇ ਭਾਗ ਨਹੀਂ ਜਾਗੇ। ਜਦੋਂ ਭਾਗ ਜਾਗਦੇ ਨੇ ਫਿਰ ਸੰਗਤ ਮਿਲਦੀ ਹੈ। ਗੁਰੂ ਜੀ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੇ। ਜਿਹਨੂੰ ਬਾਣੀ ਕੰਠ ਹੁੰਦੀ ਹੈ ਨਾਲ ਬੋਲਿਆ ਕਰੋ, ਪਤਾ ਲੱਗਦਾ ਹੈ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਦੇਖੋ ਕਿੱਡੀ ਵੱਡੀ ਭਾਗ ਕਿਰਪਾ ਕੀਤੀ ਹੈ। ਭਾਗਾਂ ਵਾਲੇ ਨੂੰ ਸੰਗਤ ਮਿਲਦੀ ਹੈ ਨਾ, ਮਾੜੇ ਕਰਮਾਂ ਵਾਲਾ ਸੰਗਤ ਥੋੜ੍ਹੀ ਕਰੂਗਾ। ਵੱਡੇ ਭਾਗ ਦੋ ਸ਼ਬਦ ਨੇ ਮਹਾਰਾਜ ਜੀਆਂ ਦੇ, ਦੋ ਚੀਜ਼ਾਂ ਵੱਡੇ ਭਾਗਾਂ ਨਾਲ। ਵੱਡੇ ਭਾਗ ਇਹੋ ਸਰੀਰ ਪਾਇਆ। ਸਰੀਰ ਹੈ ਨਾ, ਬੋਡੀ ਮਿਲੀ ਹੈ, ਕੋਈ ਆਮ ਨਹੀਂ ਮਿਲੀ ਤੁਹਾਨੂੰ। ਇਹ ਕੋਈ ਆਮ ਇਦਾਂ ਨਹੀਂ ਮਿਲ ਗਈ ਵੀ ਜਾਂਦਿਆਂ ਸਾਲ ਮਿਲ ਗਈ, ਨਹੀਂ। ਗੁਰੂ ਜੀ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੀ ਪਾਈ। ਇਉਂ ਨਹੀਂ ਮਿਲੀ ਵੀਰੇ। ਗੁਰੂ ਜੀ ਕਹਿੰਦੇ ਨੇ ਬੜੀ ਤਪੱਸਿਆ ਕੀਤੀ, ਬੜੀ ਘਾਲਣਾ ਕੀਤੀ, ਤਾਂ ਜਾ ਕੇ ਦੇਹ ਮਿਲੀ ਹੈ। ਵੱਡੇ ਭਾਗ ਇਹੋ ਸਰੀਰ ਪਾਇਆ। ਦੂਜਾ ਕੀ ਕਹਿੰਦੇ ਨੇ? ਵੱਡੇ ਭਾਗ ਸਾਧ ਸੰਗ ਪਾਇਆ। ਵੱਡੇ ਭਾਗਾਂ ਨਾਲ ਹੀ ਸੰਗਤ ਮਿਲਦੀ ਹੈ, ਇਉਂ ਨਹੀਂ ਮਿਲਦੀ। ਇਹ ਤੇਰਾ ਗੁਰੂ ਮਹਾਰਾਜ ਜੀਆਂ ਨੇ ਸੰਗਤ ਨਾ ਕਰਨ ਵਾਲੇ ਨੂੰ ਭਾਰੇ ਸ਼ਬਦਾਂ 'ਚ ਬਚਨ ਦੱਸੇ ਨੇ ਮਹਾਰਾਜ ਨੇ, ਰੋਜ਼ ਪੜ੍ਹਦੇ ਹੋ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਤ੍ਰਿਗ ਕਹਿੰਦੇ ਨੇ ਵੀ 100 ਵਾਰੀ ਫਿੱਟੇ ਮੂੰਹ ਕਹੋ ਕਿਸੇ ਨੂੰ, 100 ਵਾਰੀ। ਇੱਕ ਵਾਰੀ ਕਹਿ ਦੋ ਤੇਰੇ ਜੀਵਨ ਨੂੰ ਤਰਕਾਰ ਹੈ। 100 ਵਾਰੀ ਫਿੱਟੇ ਮੂੰਹ ਉਸ ਜੀਵਨ ਦੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆ ਸਕਦਾ। ਕੀ ਕਰਾਉਣਾ ਹੈ ਸਰੀਰ ਤੋਂ? ਜਿਹੜਾ ਗੁਰੂ ਦੀ ਗੱਲ ਹੀ ਨਹੀਂ ਮੰਨ ਸਕਦਾ, ਜਿਹੜਾ ਗੁਰੂ ਦੀ ਸੇਵਾ ਹੀ ਨਹੀਂ ਕਰ ਸਕਦਾ, ਗੁਰੂ ਕੀ ਬਾਤ ਨਹੀਂ ਸੁਣ ਸਕਦਾ, ਫਿਰ ਤਾਂ ਫਿੱਟੇ ਮੂੰਹ ਗਿਆ ਸਰੀਰ ਦਾ। ਖਾਇਆ ਪੀਆ ਹੰਡਾਇਆ, ਚੱਲ ਮੇਰੇ ਭਾਈ ਰਹਿਣ ਗਵਾਈ, ਸੋਏ ਕੈ ਦਿਵਸ ਗਵਾਇਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਿਆ ਜਾਏ। ਕਿਵੇਂ ਜਾ ਰਹੇ ਹੈ ਪਤਾ ਨਹੀਂ ਲੱਗਿਆ, ਕਦੇ ਸੋਚਿਆ ਨਹੀਂ ਹੈ ਵੀ ਤੇ ਕਰਨ ਕੀ ਆਏ ਆ। ਅੱਛਾ, ਕਦੇ ਸੋਚਿਆ ਦਿਮਾਗ ਵੀ ਤੇ ਕਰਨ ਕੀ ਆਏ ਆ? ਵੀ ਜਿਹੜੇ ਧੀਆਂ ਪੁੱਤਰਾਂ ਵਾਸਤੇ ਦਿਨ ਰਾਤ ਦੂਜੇ ਇੱਕ ਦੂਜੇ ਦੇ ਗਲੇ ਵੱਢਦੇ ਹੋ, ਭਾਈ ਭਾਈ ਨੂੰ ਵੱਢ ਦਿੰਦਾ ਹੈ, ਘਰ ਪਿੱਛੇ ਕੋਠੀਆਂ ਪਿੱਛੇ, ਤੁਸੀਂ ਨਾਲ ਲੈ ਜਾਓਗੇ? ਧੀਆਂ ਪੁੱਤਰਾਂ ਨੂੰ ਨਾਲ ਲੈ ਕੇ ਜਾਓਗੇ? ਜਗ੍ਹਾ ਨੂੰ ਨਾਲ ਲੈ ਜਾਓਗੇ? ਜਿਹੜਾ ਬੈਂਕ ਬਿੱਲ ਜਮ੍ਹਾਂ ਕੀਤਾ ਹੈ ਨਾਲ ਲੈ ਜਾਓਗੇ? ਕੋਈ ਕਿਤੇ ਵਿਚਾਰ ਕੀਤੀ ਆ? ਗੁਰੂ ਜੀ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਨਾਮ। ਦੇਖੋ ਕਿੱਡੀ ਕਿੱਡੀ ਵਿਚਾਰ ਦੱਸੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਸਾਨੂੰ ਉਪਦੇਸ਼ ਦੇ ਰਹੇ ਆ, ਜਿਨ੍ਹਾਂ ਦਾ ਅਵਤਾਰ ਦਿਹਾੜਾ ਮਨਾ ਰਹੇ ਹੋ। ਇਹ ਸਾਨੂੰ ਉਪਦੇਸ਼ ਦੇ ਰਹੇ ਆ ਮਹਾਰਾਜ ਜੀ, ਪਰ ਆਪਾਂ ਕਦੇ ਸੋਚਿਆ ਹੀ ਨਹੀਂ, ਕਦੇ ਨਹੀਂ ਦਿਮਾਗ 'ਚ ਲਿਆਂਦੀ ਹੋਣੀ ਇਹ ਗੱਲ। ਸੁਣ ਲਿਆ ਉੱਥੇ ਛੱਡ ਗਏ, ਸੁਣ ਲਿਆ ਉੱਥੇ ਛੱਡ ਗਏ, ਕੋਈ ਮੰਨੀ ਨਹੀਂ ਹੈ। ਸਾਡੇ ਉਹੀ ਹਾਲ ਅੱਜ ਵੀ ਇੱਕ ਨਹੀਂ ਹੋਣਾ ਹੈ। ਸੁਣ ਲੈਣਾ ਆ, ਫਿਰ ਸਵੇਰੇ ਤੁਸੀਂ ਕਿ ਬਾਬੇ ਕੋਲ ਤੁਰਿਆ ਰਹਿਣਾ, ਚਲੋ ਫਲਾਣੇ ਬਾਬੇ ਕੋਲ, ਚਲੋ ਫਲਾਣੇ ਬਾਬੇ ਕੋਲ। ਨਹੀਂ ਭਾਈ, ਇਹਨਾਂ ਬਾਬਿਆਂ ਬੂਬਿਆਂ ਕੋਲ ਕੁਛ ਹੁੰਦਾ ਤੇ ਕਰੋਨਾ ਕਦੋਂ ਨਾ ਭਜਾ ਦਿੰਦੇ। ਜੇ ਬਾਬਿਆਂ ਕੋਲ ਕੁਛ ਹੁੰਦਾ, ਜਿਹੜੀ ਬਿਮਾਰੀਆਂ ਚੱਲੀਆਂ ਗਾਵਾਂ ਨੂੰ ਹੁਣ ਕਾਦੀ ਭਜਾ ਦਿੰਦੇ। ਆਪਦਾ ਤਾਂ ਢਿੱਡ ਨਹੀਂ ਭਰ ਹੁੰਦਾ ਇਹਨਾਂ ਤੋਂ। ਆਪਾਂ ਕਹਿੰਦੇ ਸਿਆਣੇ ਕੋਲ ਜਾਣਾ ਹੈ। ਸਿਆਣਾ ਕਿਹਨੂੰ ਕਹਿੰਦੇ ਆ? ਸਿਆਣਾ ਉਸ ਨੂੰ ਕਿਹਾ ਜਾਂਦਾ ਜਿਹੜਾ ਦੂਜੇ ਨੂੰ ਪਾਗਲ ਬਣਾ ਦੇਵੇ, ਆਪੇ ਹੀ ਸਿਆਣਾ ਅਗਲਾ। ਜਿਹੜਾ ਦੂਸਰੇ ਨੂੰ ਬੇਵਕੂਫ ਬਣਾ ਦੇਵੇ ਤੇ ਫਿਰ ਆਪਾਂ ਕਹਿ ਰਹੇ ਵੀ ਤੂੰ ਬੜਾ ਸਿਆਣਾ ਹੈ। ਆਪੇ ਹੀ ਸਿਆਣਾ ਬਣ ਗਿਆ ਅਗਲਾ। ਜਿਹੜਾ ਸਾਨੂੰ ਬੇਵਕੂਫ ਬਣਾ ਕੇ ਅਗਲਾ ਨਾਲੇ ਮਾਇਆ ਲੈ ਲੈਂਦਾ ਹੈ, ਅਗਲਾ ਹੁੰਦਾ ਵੀ ਕੁਛ ਨਹੀਂ, ਕੱਖ ਨਹੀਂ ਹੁੰਦਾ। ਜਦ ਤੱਕ ਤੁਹਾਡਾ ਮਨ ਠੀਕ ਰਹਿੰਦਾ ਹੈ, ਤੁਹਾਡੀ ਸੋਚ ਸਮਝ ਠੀਕ ਰਹਿੰਦੀ ਹੈ, ਉਦੋਂ ਤੱਕ ਘਰ ਬਾਰ ਠੀਕ ਚੱਲਦਾ। ਮੁੜ ਕੇ ਫੇਰ ਹੀ ਉਹੀ ਹਾਲ। ਕੀ ਕਹੋਗੇ? ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸ ਰਹੇ ਆ। ਗੁਰੂ ਜੀ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ। ਲੋ ਮਹਾਰਾਜ ਕਹਿੰਦੇ ਨੇ, ਕਿੰਨੀ ਵੱਡੀ ਗੱਲ ਦੱਸਦੇ ਆ। ਪਰਮੇਸ਼ਰ ਤੇ ਭੁੱਲਿਆ
ਵਿਆਪਣ ਸਭੇ ਰੋਗ। ਇਉਂ ਨਹੀਂ ਵਿਆਪਦੇ ਭਾਈ। ਜਦੋਂ ਪਰਮੇਸ਼ਰ ਭੁੱਲ ਜਾਂਦਾ ਹੈ ਘਰ ਵਿੱਚ ਕਲਹ ਕਲੇਸ਼। ਜਦੋਂ ਪਰਮੇਸ਼ਰ ਭੁੱਲ ਜਾਂਦਾ ਹੈ ਇਨਸਾਨ ਦੀ ਮਾੜੀ ਸੋਚਣੀ ਹੋ ਜਾਂਦੀ ਹੈ। ਰੋਜ਼ ਸੰਗਤ ਕਰੋ। ਮਹਾਰਾਜ ਨੇ ਸੇਵਾ ਤੇ ਸਿਮਰਨ ਦੱਸਿਆ। ਹੁਣ ਮੇਰੇ ਤੋਂ ਗੁੱਸਾ ਚਲੋ ਆਪ ਹੋ ਜਾਂਦਾ, ਗੱਲ ਕਹੀ ਜਾਂਦੀ ਆ। ਹੋਰਾਂ ਡੇਰਿਆਂ 'ਚ ਜਾ ਕੇ ਝਾੜੂ ਮਾਰ ਲਿਆ, ਘਾਹ ਖੋਦ ਲਿਆ, ਇੱਟਾਂ ਢੋਲੀਆਂ, ਸਭ ਕੁਝ ਕਰਦੇ ਕੋ ਨਹੀਂ ਕਰਦੇ। ਗੁਰਦੁਆਰੇ ਆ ਕੇ ਕਦੇ ਝਾੜੂ ਨਹੀਂ ਲਾ ਕੇ ਦੇਖਿਆ ਤੇ ਬਾਬੇ ਗ੍ਰੰਥੀ ਨੂੰ ਕਹੋ ਵੀ ਝਾੜੂ ਲਾਇਆ ਕਰ ਬਾਬਾ, ਇੱਥੇ ਰੋਬ ਚੱਲਦਾ। ਕਿੱਡੀ ਵੱਡੀ ਗੱਲ ਆ। ਨਿਸ਼ਾਨ ਸਾਹਿਬ ਦਾ ਕਦੇ ਇਸ਼ਨਾਨ ਨਹੀਂ ਹੁੰਦਾ ਹੋਣਾ ਮੇਰੇ ਖਿਆਲ 'ਚ। ਸਾਡੇ ਤੋਂ ਕਦੇ ਤੱਪੜ ਨਹੀਂ ਝਾੜੇ ਗਏ ਹੋਣੇ ਗੁਰਦੁਆਰੇ ਦੇ, ਕਦੇ ਚੰਦੋਆ ਨਹੀਂ ਸਾਡੇ ਤੋਂ ਧੋਤਾ ਗਿਆ ਹੋਣਾ ਗੁਰਦੁਆਰੇ ਦਾ। ਸੇਵਾ ਹੀ ਨਹੀਂ ਕਰਨੀ, ਮਹਾਰਾਜ ਦੀ ਬਾਣੀ ਨਹੀਂ ਪੜ੍ਹਨੀ, ਫਿਰ ਸੁਖੀ ਕਿੱਥੋਂ ਹੋਵਾਂਗੇ। ਇੱਥੇ ਤਾਂ 62 ਸਾਲ ਦੇ ਬਾਬੇ ਨੇ 12 ਸਾਲ ਗਾਗਰ ਢੋਈ। ਗੁਰੂ ਅਮਰਦਾਸ ਮਹਾਰਾਜ ਦਾ ਇਤਿਹਾਸ ਪੜ੍ਹ ਕੇ ਦੇਖੋ। ਬਜ਼ੁਰਗ ਮਾਤਾਵਾਂ ਸੁਣ ਲਿਓ ਹੁਣ ਭਾਈ, ਬਜ਼ੁਰਗ ਕਹਿਣਗੇ ਸਾਡੇ ਗੋਡੇ ਗਿੱਟੇ ਦਿਖਦੇ ਨੇ ਜੀ, ਬੈਠ ਨਹੀਂ ਹੁੰਦਾ। ਗੁਰੂ ਅਮਰਦਾਸ 62 ਸਾਲ ਦੇ ਸਨ ਜਦੋਂ 12 ਸਾਲ ਗਾਗਰ ਢੋਈ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਵਾਸਤੇ। ਪਤਾ ਤੁਹਾਨੂੰ ਇਤਿਹਾਸ। ਠੋਕਰਾਂ ਵੀ ਖਾਧੀਆਂ, ਬੁਰਾ ਵੀ ਕਹਾਇਆ, ਪਰ ਗੁਰੂ ਦਾ ਦਰ ਨਹੀਂ ਛੱਡਿਆ। ਤੇ ਤਾਂ ਹੀ ਤਾਂ ਕਹਿਣ ਲੱਗੇ, ਮਹਾਰਾਜ ਜੀ ਕਹਿਣ ਲੱਗੇ ਹਨ, ਇਹਦਾ ਦਾਤਾ ਦੇਣ ਵਾਲਾ ਹੈ। ਦਰ ਨਾ ਛੋੜੋ ਜੀ ਐਸੇ ਸਤਿਗੁਰ ਦਾ, ਦਰ ਨਾ ਛੋੜੋ ਜੀ ਐਸੇ ਸਤਿਗੁਰ ਦਾ, ਦਰ ਨਾ ਛੋੜੋ ਜੀ ਐਸੇ ਸਤਿਗੁਰ ਦਾ, ਦਰ ਨਾ ਛੋੜੋ ਜੀ ਐਸੇ ਦਾਤੇ ਦਾ, ਦਰ ਨਾ ਛੋੜੋ ਜੀ ਐਸੇ ਦਾਤੇ ਦਾ, ਦਰ ਨਾ ਛੋੜੋ ਦਾਤੇ ਦਾ। ਵੀਰ ਜੈ ਦਰ ਆਵਤ ਜਾਤ ਹੋ ਹਟਕੈ ਨਾਹੀ, ਜੀ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ। ਇਸ ਕਰਕੇ ਜਿਹੜੇ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਨੇ ਨਾ, ਜਿਨ੍ਹਾਂ ਨੇ ਤਨ ਮਨ ਧਨ ਗੁਰੂ ਤੋਂ ਵਾਰਿਆ ਹੋਇਆ, ਉਹ ਤਾਂ ਨਹੀਂ ਛੱਡਦੇ। ਆ ਕੱਚੇ ਪੀਲੇ ਝੜ ਜਾਂਦੇ ਆ, ਪੱਕੇ ਨਹੀਂ ਛੱਡਦੇ। ਪੱਕੇ ਕਹਿਣ ਲੱਗੇ ਚਾਹੇ ਜੇ ਮਾਰੇ ਜਾਈਏ, ਸਾਨੂੰ ਜਿਹੜਾ ਮਰਜੀ ਬਾਬਾ ਪੁੱਠਾ ਸਿੱਧਾ ਕਰਾ ਦੇਵੇ, ਮਰ ਜਾਗੇ ਪਰ ਤੇਰਾ ਦਰ ਨਹੀਂ ਉਹ ਛੱਡਣਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹ ਜਾਓ। ਪਰ ਆਪਾਂ ਕਦੇ ਸੋਚਿਆ ਨਹੀਂ ਹੈ। ਇਹ ਵਿਚਾਰ ਹੈ। ਨਾਰਦ ਮੁਨੀ ਜੀ ਆਏ, ਕਹਿਣ ਲੱਗੇ ਵੀ ਸੁਣਿਆ ਵੀ ਬਾਣੀ ਪੜ੍ਹ ਕੇ ਦੁੱਖ ਦੂਰ ਹੁੰਦੇ ਆ, ਗੁਰੂ ਦੀ ਸ਼ਰਨ ਵਿੱਚ ਜਾਇਆ ਦੁੱਖ ਦੂਰ ਹੁੰਦੇ ਆ, ਮੈਂ ਵੀ ਜਾਵਾਂ। ਨਾਰਦ ਮੁਨੀ ਦੇ ਮਨ 'ਚ ਖਿਆਲ ਆਇਆ ਵੀ ਜੇ ਸੰਤਾਂ ਫਕੀਰਾਂ ਸਾਧੂਆਂ ਸਤਿਗੁਰਾਂ ਕੋਲ ਜਾਣਾ ਹੋਵੇ, ਕੋਈ ਨਾ ਕੋਈ ਭੇਟਾ ਲੈ ਕੇ ਜਾਣੀ ਚਾਹੀਦੀ ਹੈ। ਹੁਣ ਇੱਥੇ ਵੀ ਆ, ਕਹਿਣ ਲੱਗੇ ਮਹਾਰਾਜ ਨੂੰ ਕਹਿੰਦੇ ਵੀ ਕੀ ਲੋੜ ਹੈ ਮਾਇਆ ਦੀ। ਸਾਡੇ ਵਰਗੇ ਵੀ ਕਹਿੰਦੇ ਹੁੰਦੇ ਨੇ ਵੀ ਬਾਬੇ ਨੂੰ ਲੈ ਮਾਇਆ ਦੀ ਕੀ ਲੋੜ ਹੈ, ਮਹਾਰਾਜ ਜੀਆਂ ਨੂੰ ਕਿਸੇ ਦੇ ਮੂੰਹ 'ਚ ਪਾ ਦਿਓ, ਕਿਸੇ ਗਰੀਬ ਨੂੰ ਵੀ ਦਾਨ ਕਰ ਦਿਓ। ਤੁਹਾਨੂੰ ਮਾਇਆ ਦੀ ਲੋੜ ਜ਼ਰੂਰ ਹੈ, ਵੀ ਗੁਰੂ ਨੂੰ ਮਾਇਆ ਦੀ ਲੋੜ ਨਹੀਂ। ਕਿ ਗੁਰੂ ਦੀ ਜ਼ਮੀਨ ਆ, ਹੁਣ ਆਪਾਂ ਨੇ ਆ ਧਿਆਨ ਮਾਰ ਲਓ, ਜੇ ਗੁਰਦੁਆਰੇ ਮਾਇਆ ਨਹੀਂ ਆਊਗੀ, ਆਪਣੇ ਕੋਲ ਜ਼ਮੀਨ ਹੈ ਜਿਹਦੇ ਸਿਰ ਤੇ ਆਪਾਂ ਗੁਰੂ ਘਰ ਆਉਂਦੇ, ਆਪਾਂ ਐਡੀ ਵੱਡੀ ਇਮਾਰਤ ਤਿਆਰ ਕੀਤੀ, ਸਾਨੂੰ ਮਹੰਤ ਵਾਲੀ ਆਉਂਦੀ ਹੈ ਕਿਤੇ। ਇਹ ਮਾਈ ਭਾਈ ਦਾ ਕੱਲੇ ਕੱਲੇ ਦੀ ਮਾਇਆ ਲੱਗੀ ਹੋਈ ਹੈ ਨਾ ਇੱਥੇ ਮਾਇਆ, ਕੱਲੇ ਕੱਲੇ ਦੀ ਮਾਇਆ ਲੱਗੀ ਹੈ, ਮਹੰਤ ਵਾਲੀ ਨਹੀਂ ਆਈ ਹੋਈ ਹੈ ਇੱਥੇ। ਇਹ ਕਿਹਦੇ ਵਾਸਤੇ ਬਣਾ ਰਹੇ ਆ? ਅਸੀਂ ਆਪਦੇ ਵਾਸਤੇ ਬਣਾ ਰਹੇ ਹਾਂ। ਜੋ ਐਡਾ ਵੱਡਾ ਮਹਿਲ ਤਿਆਰ ਕਰ ਰਹੇ ਹੋ, ਅਸੀਂ ਆਪਣੇ ਵਾਸਤੇ ਬੈਠਣ ਵਾਸਤੇ ਬਣਾ ਰਹੇ ਹਾਂ ਭਾਈ? ਨਹੀਂ, ਇਹ ਗੁਰੂ ਵਾਸਤੇ ਬਣਾ ਰਹੇ ਹਾਂ, ਇਹ ਗੁਰੂ ਲਈ ਬਣਾ ਰਹੇ ਹਾਂ। ਕਾਰ ਸੇਵਾ ਵਾਲੇ ਮਹਾਂਪੁਰਸ਼ ਜਾਂਦੇ ਨੇ ਨਾ ਬੋਰੀਆਂ ਮੰਗਣ, ਬੋਰੀਆਂ ਦੇ ਕੇ ਆਉਂਦੇ ਨੇ, ਮਾਇਆ ਇਕੱਠੀ ਕਰਦੇ ਨੇ, ਘਰ ਵਿੱਚ ਟੋਕਰੀ ਰੱਖੀ ਹੁੰਦੀ ਹੈ। ਕਹਿੰਦੇ ਨਵਾਬਿਆਂ ਨੂੰ ਬੜੀ ਮੌਜ ਹੈ ਵੀ ਕੁਛ ਕਰਨਾ ਨਹੀਂ ਪੈਂਦਾ। ਮਾਰ ਕਹਿੰਦੇ ਨੇ ਸਾਧੂ ਵੀ ਭਲਾ ਕਰਦੇ ਆ, ਆਮ ਜਨਤਾ ਨਹੀਂ ਪਾ ਰਿਹਾ ਤੇ ਵੱਢ ਵੱਢ ਕੇ ਖਾ ਜਾਂਦੇ ਆ। ਸਾਧੂ ਵੀ ਭਲਾ ਕਰਦੇ ਨੇ, ਦੁਨੀਆਵੀ ਦਾ ਲੋਗਾਈ ਦਾ ਸਾਧੂ ਵੀ ਭਲਾ ਕਰ ਸਕਦਾ ਹੈ। ਦੂਜਾ ਬੰਦਾ ਤਾਂ ਬੁਰਾ ਹੀ ਸੋਚਦਾ ਹੈ, ਜਿਹੜਾ ਭਰਾ ਭਰਾ ਦਾ ਬੁਰਾ ਸੋਚਦਾ ਹੈ, ਕਿ ਦੂਜੇ ਦਾ ਗਲਾ ਵੱਢਦਾ ਹੈ। ਭੈਣ ਭੈਣ ਨਾਲ ਨਹੀਂ ਬੋਲਦੀ, ਭਰਾ ਭਰਾ ਨਾਲ ਨਹੀਂ ਬੋਲਦਾ, ਇੱਕ ਦਰ ਛੱਡ ਕੇ ਤੀਜੇ ਵਰਤਦੇ ਨੇ। ਭਲਾ ਕਰ ਲੋਗੇ ਤੁਸੀਂ ਦੁਨੀਆ ਦਾ? ਨਹੀਂ ਕਰ ਸਕਦੇ।
ਜਿਹੜਾ ਗੁਰੂ ਦੇ ਸ਼ਰਨ ਵਿੱਚ ਆ ਜਾਵੇ ਭਾਈ। ਇਸ ਕਰਕੇ ਜੇ ਵੀ ਤੁਸੀਂ ਜੋ ਝੂਮਣ ਭੁਣ ਦਿੰਦੇ ਹੋ, ਇਹ ਵਿਚਾਰੇ ਕਮੇਟੀ ਵਾਲੇ ਇੱਥੇ ਲਾਉਂਦੇ ਆ, ਆਪਦੇ ਘਰ ਨਹੀਂ ਲਾਉਂਦੇ, ਇਹਨਾਂ ਦੇ ਘਰ ਲੰਗਰ ਨਹੀਂ ਚੱਲਦੇ, ਇੱਥੇ ਗੁਰੂ ਘਰ ਤੇ ਲਾਉਂਦੇ ਵੀ ਮਹਾਰਾਜ ਦਾ ਮਹਿਲ ਬਣੇ। ਹਾਂ, ਜਿੱਥੇ ਬਣਿਆ ਹੋਇਆ ਉੱਥੇ ਗੱਲ ਵੱਖਰੀ ਆ, ਪਰ ਜਿੱਥੇ ਹੈ ਹੀ ਨਹੀਂ ਅਜੇ ਕੁਝ ਚੱਲਣਾ ਆ। ਸੋ ਰੋ ਵਿਚਾਰ ਨਾਰਦ ਮੁਨੀ ਨੇ ਖਿਆਲ ਕੀਤਾ, ਹਮਾਯੂ ਪੰਛੀ ਹੈ ਇੱਕ, ਤੇ ਹਮਾਯੂ ਪੰਛੀ ਦੇ ਖੰਭ ਲੈ ਕੇ ਪੰਡ ਬੰਨ ਕੇ ਸਿਰ ਤੇ ਰੱਖਿਆ, ਵੇਸ ਭੂਸ਼ਾ ਬਦਲ ਲਈ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ 'ਚ ਪੁੱਜਾ ਸ੍ਰੀ ਅਨੰਦਪੁਰ ਸਾਹਿਬ। ਭੇਟਾ ਰੱਖੀ, ਮਹਾਰਾਜ ਨਮਸਕਾਰ ਕੀਤੀ, ਬੈਠਿਆ, ਸਤਸੰਗ ਸੁਣਿਆ, ਮਨ ਗਦਗਦ ਹੋ ਗਿਆ। ਸਤਸੰਗ ਸੁਣਿਆ, ਮਨ ਗਦਗਦ ਹੋ ਗਿਆ, ਖੁਸ਼ੀਆਂ ਨਰੈਣ ਨਰੈਣ ਕਰਦਾ ਆਕਾਸ਼ ਮੰਡਲ ਵਗਿਆ। ਪੁੱਛਿਆ ਵੀ ਕਿੱਥੋਂ ਆਇਆ? ਕਹਿ ਲੱਗੀ ਇੱਦਾਂ ਦਾ ਸਤਸੰਗ ਮੈਂ ਕਦੇ ਸੁਣਿਆ ਹੀ ਨਹੀਂ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣਾ ਰਹੇ ਆ। ਇੱਦਾਂ ਦਾ ਸਤਸੰਗ ਨਹੀਂ ਸੁਣਿਆ ਅੱਜ, ਇੱਦਾਂ ਦੀ ਗੁਰਬਾਣੀ, ਇਹੀ ਗੁਰਬਾਣੀ ਹੈ ਗੁਰੂ ਅਮਰਦਾਸ ਨੇ ਆਪਣੀ ਭਰਾ ਦੀ ਨਹੁੰ ਕੋਲੋਂ ਸੁਣੀ ਸੀ, ਬੀਬੀ ਅਮਰੋ ਦੇ ਕੋਲੋਂ, ਗੁਰੂ ਅੰਗਦ ਦੇਵ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਸੁਣੀ ਸੀ ਨਾ ਬਾਣੀ, ਸ੍ਰੀ ਆਸਾ ਜੀ ਦੀ ਵਾਰ। ਮਨ ਵਿੰਨਿਆ ਗਿਆ ਅਨਿਆਲੇ ਤੀਰ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਅਣੀਆਂ ਵਾਲੇ ਤੀਰ ਵੱਜਦੇ ਨੇ, ਗੁਰਬਾਣੀ ਜੀ ਦੇ ਵੱਜ ਜਾਵੇ। ਕਬੀਰ ਸਤਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪ੍ਰਿਆ ਪਰਿਆ ਕਲੇਜੇ ਸ਼ੇਕ। ਇਹ ਉਹਨਾਂ ਦੀ ਗੱਲ ਹੈ, ਆਮ ਲੋਕਾਂ ਵਿੱਚ ਨਹੀਂ। ਸਰੋ ਵਿਚਾਰ ਕਹਿਣ ਲੱਗੇ ਇੰਨਾ ਆਨੰਦ ਵੱਜੈ, ਕਦੇ ਸੁਣਿਆ ਨਹੀਂ ਸਤਸੰਗ। ਤੇ ਮਾਲਕ ਨੇ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ, ਨਾ ਬੂਝੇ ਵਿਚਾਰੇ। ਕਹਿੰਦੇ ਨੇ ਭਾਈ ਜਿਹੜੇ ਤਾਸ਼ ਖੇਡਣ ਵਾਲੇ ਆ, ਦੁਸ਼ਟ ਚੌਂਕੜੀ, ਜਿੱਥੇ ਨਿੰਦਿਆ ਹੁੰਦੀ ਆ, ਚੁਗਲੀ ਹੁੰਦੀ ਆ, ਸਰਟੀਫਿਕੇਟ ਵੰਡੇ ਜਾਂਦੇ ਆ, ਚੌਂਕ 'ਚ ਬਹਿ ਕੇ ਸਿਆਣੇ ਸਿਆਣੇ ਬਜ਼ੁਰਗ ਹਰ ਇੱਕ ਧੀ ਭੈਣ ਤੇ ਵੀਰ ਭਾਈ ਤੇ ਕਮੈਂਟ ਮਾਰਦੇ ਆ। ਤੇ ਗੁਰੂ ਜੀ ਕਹਿੰਦੇ ਨੇ ਇਦਾਂ ਦਾ ਉਹਨਾਂ ਦਾ ਉੱਥੇ ਜੀ ਲੱਗਦਾ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ, ਨਾ ਬੂਝੇ ਵਿਚਾਰੇ। ਉੱਥੇ ਚੱਜ ਦੀ ਗੱਲ ਨਹੀਂ ਹੁੰਦੀ, ਆਪੇ ਨਹੀਂ ਬੈਠਣ ਨੂੰ ਜੀ ਕਰਨਾ। ਦੇਖਿਓ ਕਿਹੜਾ ਇਹਨਾਂ ਨੂੰ ਦੇਖ ਕੇ ਨਾ, ਜਦੋਂ ਦੇਖਿਆ ਕਰੋ ਇਹਨਾਂ ਨੂੰ ਭਾਵੇਂ ਉਹ ਨਾ ਦੀਦਾ ਹੋਵੇ, ਪਰ ਤਾਸ਼ ਦਾ ਪੱਤਾ ਦਿਖ ਜਾਂਦਾ ਵੀ ਆਹ ਹੁਣੇ ਆਹ ਸੱਟਣਾ ਹੈ। ਉਹ ਗੁਰਬਾਣੀ ਨਹੀਂ ਪੜ੍ਹੀ ਜਾਂਦੀ, ਮਾੜਾ ਨਹੀਂ ਹੱਥ। ਮੈਂ ਕਈ ਵਾਰੀ ਕਹਿਣਾ ਹੁੰਨਾ, ਜਿਹੜੇ 70 ਸਾਲ ਤੋਂ ਬੀਬੀਆਂ ਜਾਂ ਬਜ਼ੁਰਗ ਉੱਪਰ ਨੇ, 70 ਸਾਲ ਤੋਂ ਜਿਨ੍ਹਾਂ ਦੀ ਉਮਰ ਹੋ ਚੁੱਕੀ ਆ, ਕਦੀ ਸੋਚ ਕੇ ਦੇਖਿਓ ਤੁਸੀਂ ਜਵਾਨ ਨਹੀਂ ਹੋਣਾ। ਹੁਣ ਤੁਸੀਂ ਜਵਾਨ ਬਿਲਕੁਲ ਨਹੀਂ ਹੋਣਾ, ਦਿਨੋਂ ਦਿਨ ਬੁਢਾਪੇ ਵੱਲ ਜਾਣਾ ਹੈ। ਬਚਪਨ ਵੀ ਗਿਆ, ਜਵਾਨੀ ਵੀ ਗਈ, ਬੁਢਾਪਾ ਆ ਗਿਆ, ਮੌਤ ਨੇ ਘੇਰ ਲਿਆ। ਜਦੋਂ ਬਚਪਾ ਬੰਦਾ 70 ਸਾਲ ਟੱਪ ਜਾਵੇ, ਫਿਰ ਬੰਦੇ ਦੇ ਹੱਥ ਵਿੱਚ ਮਾਲਾ ਆ ਜਾਣੀ ਚਾਹੀਦੀ ਹੈ, ਗੁਰੂ ਘਰ ਦੀ ਸੇਵਾ ਆ ਜਾਣੀ ਚਾਹੀਦੀ ਹੈ ਵੀ ਗੁਰੂ ਘਰ ਇਸ ਤੋਂ ਅੱਗੇ ਕੁਛ ਨਹੀਂ ਹੈ। ਤੁਸੀਂ ਦੇਖੋਗੇ ਬਜ਼ੁਰਗਾਂ ਦਾ ਹਾਲ, ਅਸੀਂ ਤਾਂ ਅੱਖਾਂ ਨਾਲ ਦੇਖਦੇ ਹਾਂ, ਸਾਨੂੰ ਪਤਾ ਹੈ। 70 ਸਾਲ ਦੇ, 75 ਸਾਲ ਦੇ, 80 ਸਾਲ ਦੇ ਬਜ਼ੁਰਗ ਨਾ, ਤੇ ਮਾਤਾਵਾਂ ਤੇ ਬਜ਼ੁਰਗ ਮੈਂ ਇਕੱਲੇ ਬੈਠੇ ਦੇਖੇ ਆ ਜਿਹੜੇ ਡਿਪਰੈਸ਼ਨ 'ਚ ਗਏ ਹੋਏ ਆ। ਡਿਪਰੈਸ਼ਨ 'ਚ ਨਾ ਪੁੱਤ ਪੁੱਛਦੇ ਨੇ, ਨਾ ਪੋਤਰੇ ਪੁੱਛਦੇ ਨੇ, ਨਾ ਪੋਤਰੀਆਂ ਪੁੱਛਦੀਆਂ ਨੇ। ਉਹਨਾਂ ਦੇ ਨਹੁੰ ਵਧੇ ਹੋਏ ਨੇ, ਬੜੀ ਬੁਰੀ ਹਾਲਤ। ਇਹ ਉਹਨੇ ਵੀ ਬਾਹਰ ਜਾ ਕੇ ਸੇਵਾ ਕਰਦੇ ਨੇ, ਘਰ ਨਹੀਂ ਵੀ ਬੇਬੇ ਦੇ ਨਹੁੰ ਕੱਟਦੀ ਵੀ ਬੜੇ ਵੱਡੇ ਵੱਡੇ ਹੋਏ ਆ। ਕਦੇ ਸੋਚਿਆ ਨਹੀਂ ਇਹ ਜਵਾਨੀ ਹਮੇਸ਼ਾ ਰਹਿਣੀ ਆ, ਕਿਤੇ ਆਪਾਂ ਕਿਤੇ ਬੁੜੇ ਨਹੀਂ ਹੋਣਾ, ਸਾਡੇ ਤੇ ਕਿਤੇ ਬਜ਼ੁਰਗ ਨਹੀਂ ਉਮਰ ਆਉਣੀ। ਪਰ ਇਹ ਸਾਨੂੰ ਭੁੱਲਿਆ ਹੋਇਆ, ਸਾਨੂੰ ਮਾਇਆ ਨੇ ਭਰਮਾਇਆ ਹੋਇਆ ਹੈ, ਹੋਰ ਕੁਝ ਨਹੀਂ। ਤੁਸੀਂ ਮਾਇਆ ਦੇ ਹੇਠ ਹੋ, ਤੁਹਾਨੂੰ ਪਤਾ ਨਹੀਂ ਹੈ ਹਜੇ। ਮਾਇਆ ਦੇ ਹੇਠ ਤ੍ਰਿਗੁਣੀ ਮਾਇਆ। ਇਹ ਮਾਇਆ ਜਿਹੜੀ ਪੈਸੇ ਨੇ, ਇਹ ਵੀ ਮਾਇਆ। ਦੁਨੀਆ ਦੇਖ ਰਹੇ ਹੋ, ਇਹ ਵੀ ਮਾਇਆ। ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਵੀ ਮਾਇਆ। ਰਿੱਧੀਆਂ ਸਿੱਧੀਆਂ ਤਾਕਤਾਂ, ਇਹ ਵੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਜਿਹੜਾ ਇਸ ਤੋਂ ਉੱਚਾ ਉੱਠ ਜਾਂਦਾ ਹੈ, ਉਹਨੂੰ ਹੀ ਪਤਾ ਲੱਗ ਜਾਂਦਾ ਵੀ ਇਹ ਤਾਂ ਮੈਂ ਹੈ ਹੀ ਨਹੀਂ, ਮੈਂ ਤਾਂ ਹੈ ਹੀ ਨਹੀਂ, ਮੈਂ ਤਾਂ ਆਤਮਾ ਆ। ਸਰਬ ਆਤਮ ਹੈ, ਜਸ ਕੇ ਜਸ ਹੈ। ਸਾਰੀਆਂ ਆਤਮਾਵਾਂ ਸਰੀਰ ਧਾਰਨ ਕੀਤੇ ਹੋਏ ਨੇ। ਕਿਸੇ ਨੇ ਦਰਖਤਾਂ ਦਾ ਸਰੀਰ ਧਾਰਨ ਕੀਤਾ ਹੈ, ਕਿਸੇ ਨੇ ਸਰੀਰ ਧਾਰਨ ਕੀਤੇ ਨੇ ਪਸ਼ੂਆਂ ਵਾਲੇ, ਆਪਾਂ ਵੀ ਸਰੀਰ ਧਾਰਨ ਕੀਤਾ ਮਨੁੱਖਾਂ ਵਾਲਾ। ਜਿੰਨੀ ਵੀ ਤੁਸੀਂ 84 ਲੱਖ ਜੂਨ ਦੇਖਦੇ ਹੋ ਨਾ, ਇਹ ਸਾਰੇ ਸਰੀਰ ਧਾਰਨ ਕੀਤੇ ਨੇ। ਆਤਮਾ ਮਰਦੀ ਨਹੀਂ ਹੈ, ਆਪਣੇ ਕਰਮਾਂ ਦੇ ਮੁਤਾਬਕ ਸਰੀਰ ਧਾਰਨ ਕਰ ਲੈਂਦੀ ਹੈ। ਇੱਕ ਛੱਡਿਆ ਦੂਜਾ ਪਾ ਲਿਆ, ਇੱਕ ਛੱਡਿਆ ਦੂਜਾ ਪਾ ਲਿਆ। ਪਰ ਇਹ ਤੋਂ ਮੁਕਤ ਹੋਣ ਵਾਸਤੇ ਮਾਰ ਕਹਿੰਦੇ ਨੇ ਰੱਬ ਦਾ ਨਾਮ ਆਸਰਾ ਤੱਕਣਾ ਪਏਗਾ, ਵਾਹਿਗੁਰੂ ਨਾਲ ਜੁੜਨਾ ਪਏਗਾ, ਤਾਂ ਜਾ ਕੇ ਤੁਹਾਡੀ ਮੁਕਤੀ ਹੋ ਸਕਦੀ ਹੈ। ਨਹੀਂ ਤਾਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਸੋ ਗੁਰੂ ਜੀ ਕਹਿੰਦੇ ਆ
ਕਹਿੰਦੇ ਕੀ ਗੱਲ ਕਿੱਥੋਂ ਆ ਰਿਹਾ? ਕਹਿੰਦੇ ਸੱਤ ਸੁਣ ਕੇ ਆ ਰਿਹਾ, ਆਨੰਦ ਆ ਗਿਆ। ਦੀਵਾਨ ਦੀ ਸਮਾਪਤੀ ਹੋਈ, ਸਿੰਘਾਂ ਨੇ ਭੇਟਾਵਾਂ ਦੇਖੀਆਂ ਤੇ ਖੰਭ 'ਚ ਸਮਝ ਨਹੀਂ ਆਇਆ ਵੀ ਇਹ ਹੈ ਕੀ। ਓਪਰੀ ਜੀ ਚੀਜ਼ ਦੇਖੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਕੋਈ ਓਪਰੀ ਜੀ ਚੀਜ਼ ਲੱਗਦੀ ਹੈ, ਇਹ ਪਤਾ ਨਹੀਂ ਕੀ ਚੀਜ਼ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਕਹਿੰਦੇ ਇਹ ਆਕਾਸ਼ ਦਾ ਪੰਛੀ ਹੈ ਹਮਾਯੂ, ਇਹ ਉਹਦੇ ਖੰਭ ਨੇ, ਇਹ ਜਿਹੜੀ ਚੀਜ਼ ਨੂੰ ਅਟੈਚ ਕਰੀਏ ਆਕਾਸ਼ ਵੱਲ ਮਾਰੀਏ ਇਹ ਆਪਣੇ ਨਾਲ ਹੀ ਲੈ ਜਾਂਦੇ ਆ। ਕਹਿਣ ਲੱਗੇ ਅੱਛਾ ਜੀ ਪ੍ਰੈਕਟੀਕਲ ਕਰਕੇ ਦਿਖਾਓ। ਫਿਰ ਮਹਾਰਾਜ ਨੇ ਦਿਖਾਣਾ ਨੂੰ ਬੇਨਤੀ ਕੀਤੀ, ਕਹਿਣ ਲੱਗੇ ਭਾਈ ਕਿ ਇਹਨਾਂ ਨੂੰ ਜਿਹੜੇ ਲੱਕੜ ਵਾਲੇ ਮਿਸਤਰੀ ਨੇ ਇਹਨਾਂ ਨੂੰ ਅਟੈਚ ਕਰਕੇ ਲੈ ਕੇ ਆਇਓ। ਕੱਲ ਸਿੰਘ ਅਟੈਚ ਕਰਕੇ ਲੈ ਕੇ ਆਏ। ਕਹਿਣ ਲੱਗੇ ਚਲੋ ਭਾਈ ਜੰਗਲ ਵੱਲ ਚੱਲਦੇ ਆ। ਪੱਥੇ 'ਚ ਪਾਏ ਤੀਰ, ਸਾਰੇ ਪਾਸੇ ਦੂਰ ਦੂਰ ਤੱਕ ਸਾਰੇ ਸਿੰਘਾਂ ਨੂੰ ਭੇਜ ਦਿੱਤਾ। ਕਹਿਣ ਲੱਗੇ ਜੇ ਤੁਹਾਨੂੰ ਨਹੀਂ ਯਕੀਨ ਤਾਂ ਜਾਓ ਦੂਰ ਤੋਂ ਜਿੱਥੇ ਤੀਰ ਗਿਰਨਗੇ ਚੱਕ ਕੇ ਲੈ ਕੇ ਆਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਕਾਸ਼ ਵੱਲ ਮਾਰਦੇ ਆ, ਮੁੜ ਕੇ ਥੱਲੇ ਹੀ ਨਹੀਂ ਆਉਂਦੇ। ਆਕਾਸ਼ ਵੱਲ ਸਾਰੇ ਤੀਰ ਮਾਰੇ, ਆਕਾਸ਼ ਤੋਂ ਥੱਲੇ ਨਾ ਆਏ। ਮਹਾਰਾਜ ਥੱਲੇ ਨਹੀਂ ਆਏ। ਗੁਰੂ ਜੀ ਕਹਿਣ ਲੱਗੇ ਇਹ 'ਚ ਤਾਕਤ ਹੈ, ਉਹਨਾਂ ਖੰਭਾਂ ਦੇ ਵਿੱਚ ਪਾਵਰ ਹੈ, ਜਿਹੜੀ ਚੀਜ਼ ਅਟੈਚ ਕੀਤੀ ਜਾਵੇ ਮੁੜ ਕੇ ਥੱਲੇ ਨਹੀਂ ਆਉਂਦੀ ਹੈ। ਤੇ ਮਹਾਰਾਜ ਨੇ ਉਪਦੇਸ਼ ਦਿੱਤਾ, ਕਹਿੰਦੇ ਜਿਹੜਾ ਬਾਣੀ ਪੜ੍ਹਦਾ ਆ, ਬਾਣੀ ਸੁਣਦਾ ਆ, ਅੰਤ ਵੇਲੇ ਬਾਣੀ ਉਹਨੂੰ ਆਪਣੇ ਨਾਲ ਸੱਚਖੰਡ ਹੀ ਲੈ ਜਾਂਦੀ ਹੈ, ਮੁੜ ਕੇ ਥੱਲੇ ਆਉਣ ਨਹੀਂ ਦਿੰਦੇ। ਕਿੱਡੀ ਵੱਡੀ ਗੱਲ ਕਹੀ ਮਹਾਰਾਜ ਜੀ ਆ। ਪਰ ਜੇ ਅਟੈਚ ਹੋ ਜਾਵੇ ਤਾਂ, ਅਸੀਂ ਅਟੈਚ ਨਹੀਂ ਹਜੇ ਹੋਏ, ਅਸੀਂ ਵੀ ਰਾਹ 'ਚ ਫਿਰਦੇ ਹਾਂ। ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ, ਅੱਜ ਤਾਂ ਸਮੁੰਦਰ 'ਚ ਹੀ ਫਿਰਦੇ ਆ। ਮਹਾਰਾਜ ਕਹਿੰਦੇ ਹਨ ਇਹ ਬਾਣੀ ਪਾਵਰ ਰੱਖਦੀ ਹੈ, ਤੇ ਜਿਹੜਾ ਬਾਣੀ ਸੁਣਦਾ ਹੈ ਭਾਈ ਉਹਦੇ ਦੁੱਖੜੇ ਨਾਸ ਹੁੰਦੇ ਐ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸੁਣਿਆ ਦੁੱਖ ਪਾਪ ਕਾ ਨਾਸ। ਜਿਹੜਾ ਸੁਣ ਲੈਂਦਾ ਹੈ, ਇਹਦੇ ਸ਼ਬਦ ਨੇ ਆਪਾਂ ਸੁਣੀਏ ਵੀ ਸੁਣੀਏ ਕਹਿ ਦਿੰਦੇ ਆ ਕਈ ਵਾਰੀ। ਨਾਣੇ ਨੂੰ ਬਿਹਾਰੀ ਆਪਦੇ ਕੋਲੋਂ ਹੀ ਲਾ ਲਈਦਾ, ਮਾਤਰਾ ਲਗਾ ਮਾਤਰਾ, ਸੱਸੇ ਨੂੰ ਔਂਕੜ, ਨਾਣੇ ਸਿਹਾਰੀ, ਐੜੇ ਦਲਾਈਆਂ, ਆਪਾਂ ਇੱਕ ਲਾਵ ਲਾ ਲੈਂਦੇ ਆ, ਐੜੇ ਲਾਵਾਂ ਤੇ ਨਾਣੇ ਨੂੰ ਬਿਹਾਰੀ ਸੁਣੀਏ ਹੀ ਕਹਿੰਦੇ ਆ। ਕਈ ਸੁਣੀਏ ਕਹਿੰਦੇ ਹੋਣਗੇ, ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਧਰਤ, ਇੱਦਾਂ। ਪਰ ਇਹਦਾ ਸੁਣੇ ਹੈ ਸ਼ਬਦ ਸ਼ੁੱਧ ਹੁੰਦਾ ਹੈ, ਜਿਹੜਾ ਮਨ ਚਿੱਤ ਲਾ ਕੇ ਸ਼ੁੱਧ ਸਪਸ਼ਟ ਬਾਣੀ ਲਗਾ ਮਾਤਰਾ ਲਾ ਕੇ ਚਿੱਤ ਲਾ ਕੇ ਪੜਦਾ ਹੈ ਨਾ। ਤੇ ਮਹਾਰਾਜ ਕਹਿੰਦੇ ਨੇ ਭਾਈ ਤੂੰ ਵੀ ਵੇਖ ਲੈ, ਤੈਨੂੰ ਹੀ ਪਤਾ ਲੱਗ ਜਾਊਗਾ, ਤੂੰ ਵੀ ਵੇਖ ਲੈ। ਉਹ ਸੁਣ ਕੇ ਵੇਖ ਲੈ ਗੁਰਾਂ ਦੀ ਬਈ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਸੁਣਦੇ ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ ਹੋ ਜੂਗਾ। ਬਾਣੀ ਕਹਿੰਦੀ ਦੁੱਖਾਂ ਵਾਲਾ ਨਾਸ ਹੋ ਜੂਗਾ। ਬਾਣੀ ਕਹਿੰਦੀ ਬਈ ਦੁੱਖਾਂ ਵਾਲਾ ਨਾਸ ਹੋ ਜੂਗਾ। ਬਾਣੀ ਕਹਿੰਦੀ ਦੁੱਖਾਂ ਵਾਲਾ ਨਾਸ ਹੋ ਜੂਗਾ। ਵਾਲਾ ਨਾਸ ਹੋ ਜੂ, ਸੁਣ ਕੇ ਦੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ ਹੋ ਜੂਗਾ। ਵੇ
ਭਗਤਾ ਸਦਾ ਆਵੇਗਾ, ਸੁਣੇ ਦੁਖ ਪਾਪ ਕਾ ਨਾਸ। ਇਉਂ ਕਰਕੇ ਮਹਾਰਾਜ ਜੀ ਆਂਦੇ ਆ ਕਿ ਜਿਹੜਾ ਬਾਣੀ ਸੁਣ ਲਵੇ, ਪੜ੍ਹ ਲਵੇ। ਆਪਾਂ ਉੱਥੇ ਆ ਗਏ ਨਾ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਸੁੱਖਾਂ ਦੀ ਦਾਤੀ ਹੈ। ਜੇ ਤੁਸੀਂ ਕਹਿੰਦੇ ਹੋ ਨਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ, ਉਤਰਦੇ ਆ। ਜੇ ਤੁਹਾਨੂੰ ਆਸਰਾ ਬਚ ਜਾਵੇ ਉਤਰਦੇ ਆ। ਕਈਆਂ ਨੂੰ ਕਿਸੇ ਦਾ ਆਸਰਾ ਹੁੰਦਾ ਹੈ, ਕਈਆਂ ਨੂੰ ਕਿਸੇ ਦਾ ਆਸਰਾ ਹੁੰਦਾ ਹੈ, ਪਰ ਜਿਹਨੂੰ ਗੁਰੂ ਦਾ ਹੀ ਆਸਰਾ ਹੈ ਉਹਨਾਂ ਦੇ ਉਤਰਦੇ ਆ। ਹੁਣ ਵੀ ਉਤਰਦੇ ਆ। ਇੱਦਾਂ ਦੇ ਵੀ ਲੋਕ ਤੁਹਾਨੂੰ ਦਿਖਾ ਸਕਦੇ ਆ ਜਿਨ੍ਹਾਂ ਨੂੰ ਡਾਇਬਟੀਜ਼ ਬਹੁਤ ਜ਼ਿਆਦਾ ਹੈ, BP ਵੀ ਬਹੁਤ ਵੱਧਦਾ ਹੈ, ਪਰ ਮੈਡੀਸਿਨਸ ਨਹੀਂ ਕੋਈ ਲੈਂਦੇ, ਕੋਈ ਗੋਲੀ ਨਹੀਂ ਲੈਂਦੇ। ਪੁੱਛਿਆ ਵੀ ਕਿਉਂ? ਮਹਾਰਾਜ ਨੇ ਆਪੇ ਠੀਕ ਕਰ ਦੇਣਾ। ਇੱਦਾਂ ਦੇ ਵੀ ਲੋਕ ਨੇ ਵਿਸ਼ਵਾਸ ਬਣਾਈ ਬੈਠੇ ਨੇ, ਜਿਨ੍ਹਾਂ ਦੀ ਬਜ਼ੁਰਗਾਂ ਦੀ ਉਮਰ ਹੋ ਗਈ ਆ। ਰਾੜਾ ਸਾਹਿਬ ਚਲੇ ਜਾਓ, ਸਾਡੇ ਲਾਹੌਰਾ ਸਾਹਿਬ ਚਲੇ ਜਾਓ, ਦੇਖ ਲਿਓ ਜਾ ਕੇ ਕਿਤੇ। ਇੰਨੇ ਬਜ਼ੁਰਗ ਇੰਨੀ ਉਮਰ ਦੇ ਬੈਠੇ, ਇੰਨੀ ਉਮਰ ਦੇ ਕੰਮ ਕਰਦੇ ਆ। ਬੀਬੀਆਂ ਭੱਜੀਆਂ ਫਿਰਦੀਆਂ ਨੇ, ਇੰਨੇ ਉਮਰ ਦੇ ਕੰਮ ਬਜ਼ੁਰਗ ਕੰਮ ਕਰਦੇ ਆ, ਸੇਵਾ ਕਰਦੇ ਆ ਭਾਵ, ਤੇ ਸਰੀਰ ਤੰਦਰੁਸਤ ਹੈ, ਕੁਝ ਹੁੰਦਾ ਹੀ ਨਹੀਂ ਹੈ ਸੇਵਾ ਤੇ ਸਿਮਰਨ ਨਾਲ। ਗੁਰੂ ਜੀ ਨੇ ਕਿਹਾ ਹੈ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਪਰ ਆਪਾਂ ਕਦੇ ਵਿਚਾਰ ਨਹੀਂ ਕੀਤੀ। ਪਹਿਲੀ ਅਸ਼ਟਪਦੀ ਪੜ੍ਹੀਏ ਨਾ ਧਿਆਨ ਨਾਲ, ਪਹਿਲੀ ਅਸ਼ਟਪਦੀ ਤੁਹਾਨੂੰ ਸਾਰਾ ਕੁਝ ਸਿਮਰਨ ਵਿੱਚ ਹੀ ਨਜ਼ਰ ਆ ਜਾਏਗਾ। ਸਿਮਰਨ ਵਿੱਚ ਹੀ ਬਾਲੇ ਪਾਪੜ ਵੇਲਣ ਦੀ ਵੇਲ ਨਹੀਂ ਪਈ, ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ। ਜਿਹਦੀ ਰਸਨਾ ਤੇ ਮੂਲ ਮੰਤਰ ਦਾ ਪਾਠ ਚੱਲਦਾ ਰਹਿੰਦਾ ਹੈ, ਜਿਹਦੀ ਰਸਨਾ ਤੇ ਉਹਦੇ ਸਰੀਰ ਨੂੰ ਕੋਈ ਕਸ਼ਟ ਨਹੀਂ ਆਉਂਦਾ। ਤੁਸੀਂ ਦੇਖਿਆ ਸੀ ਨਾ ਸੰਤ ਮਹਾਰਾਜ ਜੀ, ਬਾਬਾ ਰਤਨ ਸਿੰਘ ਜੀ ਕਿੰਨੀ ਉਮਰ ਦੇ ਹੋਏ ਆ? ਕੋਈ ਲੱਤ, ਕੋਈ ਪੈਰ, ਕੋਈ ਇੱਦਾਂ ਦਾ ਕੋਈ ਦੇਖਿਆ ਨਹੀਂ। ਨਰੋਏ ਆ ਤੇ ਨਰੋਏ ਸੱਚਖੰਡ ਨੂੰ ਗਏ ਆ। ਕਿੱਡੀ ਕਿਰਪਾ ਰਹੀ ਹੈ ਮਹਾਂਪੁਰਸ਼ਾਂ ਦੀ। ਕਿੰਨੀ ਦੁਨੀਆ ਨਾਲ ਭਲਾ ਕੀਤਾ ਉਹਨਾਂ ਨੇ। ਕਿੰਨੇ ਦੂਰੋਂ ਲੋਕ ਆ ਕੇ ਸੀਸ ਝੁਕਾਉਂਦੇ ਸਨ। ਇਹ ਭਾਈ ਭਜਨ ਦੇ ਸਿਰ ਤੇ ਹੈ। ਜਿਹਦੇ ਕੋਲ ਭਜਨ ਹੀ ਨਾ ਹੈ, ਬੰਦਗੀ ਨਹੀਂ ਹੈ, ਸੇਵਾ ਨਹੀਂ ਨਾ ਹੈ, ਜਿੰਨਾ ਮਰਜ਼ੀ ਧਨਾੜ ਹੋਵੇ ਉਹਦੇ ਕੋਲ ਕੱਖ ਨਹੀਂ ਹੈ, ਉਹਦੇ ਕੋਲ ਕੱਖ ਨਹੀਂ ਹੈ। ਜਿਹਦੇ ਕੋਲ ਸਿਮਰਨ ਤੇ ਸੇਵਾ ਹੈ, ਦੁਨੀਆ ਭਰ ਦਾ ਮਹਾਰਾਜ ਨੇ ਸੁੱਖ ਦੱਸਿਆ ਉਹਨੂੰ ਰਾਜਾ ਕਿਹਾ। ਮਹਾਰਾਜ ਨੇ ਰਾਜਾ ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਕਿੱਡੀ ਵੱਡੀ ਗੱਲ ਕਹੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦਾ ਮਨ ਪ੍ਰਭੂ ਦੇ ਨਾਲ ਲੱਗਿਆ ਹੋਇਆ ਨਾ ਭਾਈ, ਉਹ ਦੁਨੀਆ ਭਰ ਦਾ ਰਾਜਾ ਹੈ, ਉਹ ਦੁਨੀਆ ਦਾ ਰਾਜਾ ਹੈ। ਇਉਂ ਗੁਰੂ ਜੀ ਕਹਿੰਦੇ ਨੇ, ਪਰ ਰਾਜਾ ਬਣਨਾ ਬੜਾ ਔਖਾ ਹੈ, ਫਕੀਰ ਬਣਨਾ ਬੜਾ ਔਖਾ ਹੈ। ਸੰਤ ਸੇਵਾ ਕਰਦੇ ਨੇ, ਕੋਈ ਟੋਕਦੇ ਨਾ ਵੀ ਝਾੜੂ ਹੱਥ 'ਚ ਪੜਿਆ ਹੋਇਆ ਆ, ਕੋਈ ਟੋਕ ਦੇਵੇ ਆ ਕੇ ਆ ਤੂੰ ਮਾਰ ਲਾ, ਐਦਾਂ ਦੀ ਬੋਲੀ ਹੋ ਜਾਂਦੀ ਹੈ। ਕਿੱਦਾਂ ਨੇ ਫਿਰ ਕਿੱਥੋਂ ਰੱਬ ਮਿਲੂਗਾ ਜੇ ਨਿਮਰਤਾ ਹੀ ਨਹੀਂ ਆਈ? ਬਾਣੀ ਪੜ੍ਹ ਕੇ ਸੇਵਾ ਕਰਕੇ ਨਿਮਰਤਾ ਨਾ ਆਈ, ਬਾਣੀ ਪੜ੍ਹ ਕੇ ਕੋਈ ਨਹੀਂ ਫਿਰ ਫਾਇਦਾ। ਪਤਾ ਹੀ ਹੈ ਨਾ ਤੁਹਾਨੂੰ, ਬੜਾ ਇਤਿਹਾਸ ਪੜ੍ਹਿਆ ਆਪਾਂ, ਸੁਣਦੇ ਵੀ ਹਾਂ। ਸ਼੍ਰੀ ਚੰਦ ਜੀ ਨੂੰ ਆ ਕੇ ਜਦੋਂ ਮਹਾਰਾਜ ਨੂੰ ਲੱਤ ਮਾਰੀ, ਪੈਰ ਮਾਰਿਆ ਮਹਾਰਾਜ ਜੀਆਂ ਨੂੰ, ਤੇ ਬਾਬਾ ਜੀ ਕਹਿੰਦੇ ਤੁਹਾਡੇ ਸੱਟ ਤਾਂ ਨਹੀਂ ਲੱਗੀ? ਮੇਰਾ ਹੱਡ ਬੜੇ ਕੈੜੇ ਆ। ਫਿਰ ਦੂਜੇ ਨੰਬਰ ਕਹਿੰਦੇ ਆ ਦਾੜਾ ਬੜਾ ਵੱਡਾ ਵਧਾਇਆ। ਤੇ ਗੁਰੂ ਰਾਮਦਾਸ ਜੀ ਕਹਿੰਦੇ ਮਹਾਰਾਜ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੇ ਚਰਨ ਝਾੜਨ ਵਰਗੇ ਬਣਾਏ ਆ, ਸਾਡੇ ਵਰਗੇ ਹੁੰਦੇ ਫੇਰ ਇਹ ਤਾਂ ਫੜ ਕੇ ਥੱਲੇ ਗੋਡੇ ਥੱਲੇ ਲੈਣਾ ਸੀ ਵੀ ਤੂੰ ਆ ਜਾ ਇੱਧਰ। ਇਹ ਸਾਡਾ ਹਾਲ ਹੈ। ਕਿਉਂ? ਬਾਣੀ ਅੰਦਰ ਗਈ ਨਹੀਂ ਹਜੇ। ਜਦੋਂ ਬਾਣੀ ਅੰਦਰ ਪਹੁੰਚ ਜੂਗੀ ਨਾ, ਫਿਰ ਸਾਡਾ ਗੁਰਪੁਰਬ ਮਨਾ ਰਹੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਮਿਲੂਗੀ ਹੀ ਤਾਂ। ਬਾਣੀ ਪੜੋਗੇ, ਬਾਣੀ ਸੁਣੋਗੇ, ਖੰਡੇ ਬਾਟੇ ਦੇ ਧਾਰਨੀ ਹੋਵੋਗੇ। ਪਿਤਾ ਦਸ਼ਮੇਸ਼ ਨੇ ਸਾਨੂੰ ਇੱਕੋ ਗੱਲ ਕਹੀ ਹੈ, ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਆਤਮਾ ਗ੍ਰੰਥ ਵਿੱਚ, ਰੂਪ ਮੇਰਾ ਪੰਥ ਵਿੱਚ। ਕਹਿੰਦਾ ਕਿ ਮੇਰੀ ਜਿਹੜੀ ਆਤਮਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ, ਹਾਜ਼ਰ ਨਾਜ਼ਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਕਿੰਨੇ ਇਤਿਹਾਸ ਪੜ੍ਹਦੇ ਹੁੰਦੇ ਹੋ। ਚਲੋ ਸਿੱਖਾਂ ਨੇ ਆਪਾਂ ਸਾਖੀਆਂ ਸੁਣੀਆਂ ਨੇ, ਆ ਜਿਹੜੇ ਹੁਣ ਨਾ ਨਵੇਂ ਕੀ ਦੱਸਦੇ ਨੇ ਵੀ ਅਸੀਂ ਤਾਂ ਇੱਥੇ ਸੀਗੇ, ਅਸੀਂ ਜੇਲ੍ਹ ਵਿੱਚ ਬੰਦ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਛੁਡਾ ਕੇ ਲੈ ਗਏ। ਕਿੱਡੀ ਵੱਡੀ ਗੱਲਾਂ ਹੁੰਦੀਆਂ ਨੇ। ਇਹ ਸਾਰੀ ਗੁਰੂ ਦੀ ਕਿਰਪਾ ਹੈ, ਜਿਹੜਾ ਸੇਵਾ ਤੇ ਸਿਮਰਨ ਨਾਲ ਲੱਗਿਆ ਹੋਇਆ ਹੈ। ਆਓ ਸਤਿਗੁਰੂ ਜੀ ਮਿਹਰ ਕਰਨ। ਆਪ ਸਰਬੱਤ ਮਾਈ ਭਾਈ ਰੱਬ ਦਾ ਨਾਮ ਜਪਿਆ ਕਰੋ। ਗੁਰਦੁਆਰਾ ਸਭ ਤਿਆਰ ਕਰ ਰਹੇ ਹੋ, ਸੰਗਤ ਕਰ ਰਹੇ ਹੋ। ਇਸੇ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਦਾਸ ਨੇ ਪਹਿਲਾਂ ਆ ਤੁਹਾਡੇ ਨੇੜੇ ਸੀ ਸੂਦਾਂਵਾਲ,
ਇੱਥੇ ਬੱਚੇ ਵੀ ਕੀਰਤਨ ਸਿੱਖਦੇ ਸੀ, ਹੋ ਸਿੱਖ ਚੁੱਕੇ ਆ ਤਕਰੀਬਨ। ਆ ਬੈਠੇ ਨੇ ਨਾ ਜਿਹੜੇ ਆਲੇ ਦੁਆਲੇ, ਸਭ ਸਿੱਖੇ ਹੋਏ ਸਨ ਤੇ ਬੜੀ ਕਿਰਪਾ ਹੋ ਗਈ ਆ। ਫਿਰ ਦਾਸ ਕਲਕੱਤੇ ਪਹੁੰਚ ਗਏ ਆ। ਉੱਥੇ ਵੀ ਇਹੀ ਹਾਲ, ਬਾਬਾ ਜੀ ਜਿਹੜੇ ਸਾਨੂੰ ਮਹਾਂਪੁਰਸ਼ ਨੇ ਸਾਨੂੰ ਸਿਖਾਇਆ ਹੈ, ਸਾਨੂੰ ਮਹਾਂਪੁਰਸ਼ ਨੇ ਇੱਕ ਗੱਲ ਸਿਖਾਈ ਹੈ ਵੀ ਜਿੱਥੇ ਆਪ ਜਾਣਾ ਹੈ ਭਾਈ, ਉੱਥੇ ਵਿੱਦਿਆ ਆਪ ਪੜ੍ਹਨੀ ਤੇ ਦੂਜਿਆਂ ਨੂੰ ਪੜ੍ਹਾਉਣੀ ਆ, ਆਪ ਸੇਵਾ ਕਰਨੀ ਤੇ ਦੂਜਿਆਂ ਤੋਂ ਕਰਾਉਣੀ ਆ, ਆਪ ਵੰਡ ਛਕਣਾ ਤੇ ਦੂਜਿਆਂ ਤੋਂ ਵੀ ਇਹ ਛਕਾਉਣਾ ਹੈ। ਸਾਨੂੰ ਡਿਊਟੀ ਲੱਗੀ ਗਈ ਸੀ, ਸਾਡੇ ਰਾੜਾ ਸਾਹਿਬ ਵਾਲੇ ਮਾਂ ਜਿੰਨੇ ਵੀ ਗੁਰਸਿੱਖ ਨੇ ਨਾ, ਜੋ ਸਾਨੂੰ ਸਿਖਾਇਆ ਗਿਆ ਹੈ ਉਹ ਇੱਕ ਨਹੀਂ ਕਰਦੇ ਆ, ਉਹੀ ਚਾਲੀ ਚੱਲੀ ਆਉਂਦੀ ਹੈ। ਹੁਣ ਦਾਸ ਦੀ ਡਿਊਟੀ ਮਦੂਦਾ ਹੈ। ਤਕਰੀਬਨ 30 ਬੱਚੇ ਆ, ਜਿੱਦ 15 ਲੜਕੀਆਂ ਨੇ 15 ਲੜਕੇ ਆ, ਜਿਹੜੇ ਕੀਰਤਨ ਕਰਨਾ ਸਿੱਖ ਰਹੇ ਆ, ਸਿੱਖ ਵੀ ਗਏ ਆ, ਬਾਣੀ ਪੜ੍ਹਨਾ ਸਿੱਖ ਰਹੇ ਤੇ ਸਿੱਖ ਵੀ ਗਏ ਆ। ਤੇ ਜਿਹੜੇ ਨਾਲ ਬਜ਼ੁਰਗ ਨੇ ਹੋਰ ਅਧਖੜ ਦੇ ਲੜਕੇ ਆ, ਨੌਜਵਾਨ ਵੀਰ ਆ, ਉਹ ਵੀ ਸੇਵਾ 'ਚ ਪਰਪੱਕ ਹੋ ਗਏ ਆ। ਕਿਉਂਕਿ ਜੇ ਗੁਰੂ ਘਰ ਰੌਣਕ ਅਸੀਂ ਨਹੀਂ ਲਾਵਾਂਗੇ, ਇੱਥੇ ਬਾਹਰੋਂ ਨਹੀਂ ਕਿਸੇ ਨੇ ਆਉਣਾ। ਗੁਰੂ ਕੋਲ ਬੈਠੋਗੇ, ਗੁਰੂ ਦੀ ਬਾਤ ਸੁਣੋਗੇ ਤੇ ਰੋਜ਼ ਪੜ੍ਹਦੇ ਹੁੰਦੇ ਹੋ, ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਕੀ ਅਰਥ ਹੈ ਇਹਦਾ? ਜਿਹੜਾ ਬੰਦਾ ਗੁਰੂ ਕੋਲ ਬੈਠ ਜਾਂਦਾ ਹੈ ਉਹ ਵਿਸ਼ਵਾਸ ਦੇ ਪਾਤਰ ਹੋ ਜਾਂਦਾ ਹੈ। ਲੋਕੀ ਉਹਨੂੰ ਗੁਰਮੁਖ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸੰਤ ਕਹਿੰਦੇ ਨੇ, ਸਾਧੂ ਕਹਿੰਦੇ ਨੇ, ਪਰਮੇਸ਼ਰ ਦਾ ਦੂਤ ਆਂਦੇ ਆ। ਕਹਿੰਦੇ ਨੇ ਕਿਰਪਾ ਕਿੱਡੀ ਹੁੰਦੀ ਆ। ਪਰ ਕਿਉਂ? ਜੇ ਮਾੜੀ ਥਾਂ ਜਾਵਾਂਗੇ, ਅਗਲਾ ਕਹਿੰਦਾ ਉਹਦੇ ਘਰ ਦਾ ਪਾਣੀ ਨਹੀਂ ਪੀਣਾ, ਉਹਦੇ ਘਰ ਨਾ ਜਾਇਆ ਕਰ, ਉਹ ਤਾਂ ਤੁਰੇ ਰਹਿੰਦੇ ਨੇ। ਆ ਦੇਖੀ, ਤੁਹਾਨੂੰ ਨਾ ਪਤਾ ਹੋਵੇ, ਦੁਨੀਆ ਸਭ ਜਾਣਦੀ ਆ, ਲੋਕ ਦੁਨੀਆ ਸਾਰੀ ਜਾਣਦੀ ਆ। ਮੰਗਲਵਾਰ, ਵੀਰਵਾਰ, ਸ਼ਨੀਵਾਰ ਜੋ ਜਾਣੇ ਨਾ ਆਪਾਂ ਚੱਕ ਕੇ, ਤੇ ਗੁਰੂ ਜੀ ਕਹਿੰਦੇ ਲੋਕ ਤੁਹਾਨੂੰ ਦੇਖਦੇ ਹੁੰਦੇ ਨੇ ਵੀ ਇਹ ਮੰਗਲਵਾਰ ਫਲਾਣੇ ਬਾਬੇ ਕੋਲੇ ਗਈ ਹੋਣੀ ਹੈ, ਭਾਵੇਂ ਗਿਆ ਤੇ ਹੋਰ ਹੀ ਕਿਤੇ ਹੋਵੇ, ਪਰ ਪਿਆ ਹੋਇਆ ਵੀ ਬਾਬੇ ਕੋਲੇ ਗਈ ਹੋਣੀ ਹੈ। ਫਿਰ ਉਹ ਆਪਦੇ ਬੱਚਿਆਂ ਨੂੰ ਕਹਿੰਦੇ ਵੀ ਇਹਦੇ ਘਰ ਨਾ ਜਾਇਆ ਕਰ, ਇਹਦੇ ਹੱਥੋਂ ਲੈ ਕੇ ਕੋਈ ਚੀਜ਼ ਖਾਈ ਨਾ, ਤੈਨੂੰ ਬਿਮਾਰ ਕਰ ਦੂ, ਤੈਨੂੰ ਮਾਰ ਦੂਗੀ। ਆਪਣਾ ਘਰ ਸਵਾਰਨ ਵਾਸਤੇ ਬੰਦਾ ਕੀ ਕੁਝ ਨਹੀਂ ਕਰਦਾ। ਪਰ ਜਿਹੜਾ ਗੁਰੂ ਵਾਲਾ ਹੋਏਗਾ, ਆਪਾਂ ਕਹਿੰਦੇ ਇਹਦੇ ਕੋਲ ਬੈਠਿਆ ਕਰ, ਇਹਦੀ ਗੱਲ ਸੁਣਿਆ ਕਰ, ਇਹ ਤੈਨੂੰ ਰੱਬ ਵਾਲੇ ਪਾਸੇ ਲਾਏਗਾ, ਤੈਨੂੰ ਜਿਉਣਾ ਸਿਖਾ ਦੂਗਾ। ਮਾਇਆ ਜਿੰਨੀ ਮਰਜ਼ੀ ਹੋ ਗਈ, ਲੋਕਾਂ ਕੋਲ ਹੋ ਗਈ ਹੋਣੀ ਆ, ਹੋਊਗੀ, ਪਰ ਜਿਉਣਾ ਨਹੀਂ ਆਉਂਦਾ। ਘਰ 'ਚ ਉਹੀ ਲੜਾਈਆਂ ਨੇ, ਉਹੀ ਝਗੜੇ ਆ, ਉਹੀ ਕੁਛ, ਨਾਲੇ ਸਾਰਾ ਹੁੰਦਿਆਂ ਹੋਇਆਂ ਵੀ ਲੜਾਈ ਝਗੜੇ ਆ। ਕੀ ਹੋ ਗਿਆ? ਮੈਨੂੰ ਲੱਗਦਾ ਵੀ ਅੱਜ ਮੈਨੂੰ ਬੁਲਾ ਲਿਆ, ਮੁੜ ਕੇ ਬੁਲਾਓਗੇ ਨਹੀਂ, ਮੇਰੀ ਆਦਤ ਹੀ ਇੱਦਾਂ ਦੀ, ਕੁਛ ਇੱਦਾਂ ਦੀ ਹੈਗੀ ਆ। ਗੁਰੂ ਜੀ ਕਹਿੰਦੇ ਸੱਚੀ ਗੱਲ ਕਹੋ ਅਗਲੇ ਨੂੰ। ਹੁਣ ਕਦੇ ਦਾਰੂ ਪੀਂਦਾ ਇਨਸਾਨ, ਬੋਤਲ ਖੋਲ ਲਈ, ਜਵਾਕ ਨੂੰ ਕਹਿੰਦਾ ਲੈ ਗਲਾਸ ਚੱਕ ਲਿਆ, ਤੇਰੀ ਮੰਮੀ ਨੂੰ ਕਹੇ ਪਾਣੀ ਦਾ ਗਲਾਸ ਲੈ ਕੇ ਆ ਨਾਲ। ਹੁਣ ਬੱਚਾ ਪੇ ਨੂੰ ਦੇਖਦਾ ਹੈ, ਪਿਤਾ ਨੂੰ ਦੇਖਦਾ ਵੀ ਇਹਨੇ ਬੋਤਲ ਦਾ ਦੱਟ ਖੋਲਿਆ ਹੈ, ਪਾਣੀ ਪਾਇਆ, ਇੰਨੀ ਪਾਉਣੀ ਹੈ, ਆਹ ਕਰਨਾ ਆ। ਵੱਡਾ ਹੋ ਕੇ ਜਦੋਂ ਫਿਰ ਬੱਚਾ ਪੀਂਦਾ, ਫਿਰ ਤੁਹਾਨੂੰ ਗੁੱਸਾ ਆਉਂਦਾ ਹੈ, ਕਿਉਂਕਿ ਗੌਰ ਨਹੀਂ ਕੀਤੀ। ਬੀੜੀਆਂ ਦੇ ਪਗਟ ਹਜੇ ਲੋਕੀ ਹੁਣ ਵੀ ਨਹੀਂ ਛੱਡਦੇ। ਲੈ ਦੱਸ, ਬੀੜੀਆਂ ਪੀਣੀਆਂ ਹਮਾਰ ਹੋ ਗਈ, ਦੁਨੀਆ ਚੰਦ ਤੇ ਪਹੁੰਚ ਗਈ, ਬੀੜੀਆਂ ਤੇ ਖੜੇ ਨੇ ਹਜੇ। ਉੱਥੇ ਚੌਂਚ ਪੈ ਕੇ ਲੰਘਿਆ, ਪੁੱਤਰ ਆ 2 ਰੁਪਏ ਦਾ ਬੰਡਲ ਫੜ ਕੇ ਲਿਆਈ ਉੱਥੋਂ, ਜਵਾਕ ਨੂੰ ਕਹਿੰਦੇ ਨੇ ਤੂੰ ਫੜ ਕੇ ਲਿਆ। ਸ਼ਰਮ ਨਹੀਂ ਆਉਂਦੀ? ਉਹਨੂੰ ਵੀ ਲਾਓਗੇ ਜਵਾਕ ਨੂੰ, ਵਿਚਾਰੇ ਨੂੰ ਨਾਲ, ਵੀ ਇਹ ਕੀ ਹੋ ਗਿਆ। ਘਰ 'ਤੇ ਗੁੱਸਾ ਤਾਰ ਦਿੰਦੇ ਨੇ ਆ ਕੇ, ਠੇਕੇ ਤੋਂ ਛੱਕ ਕੇ ਬੋਤਲ, ਤਨਖਾਹ ਮਿਲ ਗਈ, ਦਿਹਾੜੀ ਲਾ ਲਈ, ਅਜੀ ਥੱਕੇ ਹੁੰਨੇ ਆ, ਥਕੇਵਾਂ ਲੈ ਜਾਂਦਾ ਹੈ। ਫਿਰ ਮਾਈਆਂ ਤਾਂ ਰੋਜ਼ ਪੀਆ ਕਰਨ ਦਾਰੂ ਰੱਜ ਰੱਜ ਕੇ, ਇਹ ਤਾਂ ਸਾਰੀ ਦਿਹਾੜੀ ਕੰਮ ਕਰਦੀਆਂ ਨੇ ਵਿਚਾਰੀਆਂ। ਤੜਕੇ ਉੱਠਦੀਆਂ ਨੇ, ਸਭ ਤੋਂ ਪਹਿਲਾਂ ਮਾਈਆਂ ਉੱਠਦੀਆਂ ਨੇ, ਤੜਕੇ ਸੱਜਰੇ, ਸਭ ਤੋਂ ਬਾਅਦ 'ਚੋਂ ਸੌਂਦੀਆਂ ਨੇ ਮਾਈਆਂ। ਐਂਡ 'ਤੇ ਜਾ ਕੇ ਸਭ ਕੁਝ ਨਿਬੇੜ, ਭਾਂਡਾ ਛੰਡਾ ਸਾਂਭ ਕੇ ਫਿਰ ਸਾਨੂੰ ਕਿ ਮਾਈਆਂ ਨਹੀਂ ਥੱਕਦੀਆਂ, ਜਿਹੜੀਆਂ ਵਿਚਾਰੇ ਡੰਗਰਾਂ ਵਾਸਤੇ ਹਰਾ ਲੈ ਕੇ ਉਹ ਵੱਟ 'ਤੇ ਕਰੀ, ਉਹ ਵੱਟ 'ਤੇ ਜਾਂਦੀਆਂ ਨੇ। ਇਹਨਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਵੀ ਸਾਨੂੰ ਰਿਲੈਕਸ ਹੋ ਜਾਵਾਂਗੇ ਥੋੜ੍ਹਾ ਪੀ ਕੇ। ਨਹੀਂ, ਇਹ ਬਹਾਨਾ ਹੈ, ਹੋਰ ਕੁਛ ਨਹੀਂ ਬਹਾਨਾ। ਕੋਈ ਨਹੀਂ ਬੰਦਾ ਮਰਦਾ ਜੇ ਨਾ ਪੀਵੇ, ਬੰਦੇ ਨੂੰ ਮੌਤ ਨਹੀਂ ਆਉਂਦੀ ਜੇ ਨਾ ਪੀਵੇ ਤਾਂ। ਇਹ ਬਹਾਨੇ ਹੀ ਨੇ। ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਲੈ ਸਾਡੇ ਨਾਲ ਛਕ। ਮਹਾਰਾਜ ਕਹਿੰਦੇ ਇਹ ਨਹੀਂ ਛਕਣਾ। ਕਹਿੰਦੇ ਕਿ ਕੀ ਕਰਨਾ? ਕਹਿੰਦੇ ਪੋਸਤ ਭੰਗ ਅਫੀਮ ਮਦ ਉਤਰ ਜਾਏ ਪਰਵਾਤ, ਨਾਮ ਖੁਮਾਰੀ ਨਾਨਕਾ ਚੜੇ ਰਹੇ ਦਿਨ ਰਾਤ। ਕਹਿੰਦੇ ਇਦਾਂ ਦੀ ਦੇ ਜਿਹੜੀ ਉਤਰੇ ਹੀ ਨਾ। ਇਹਦਾ ਤਾਂ ਸਮਾਂ ਹੈ ਨਾ, ਇਹਦਾ ਉੱਤਰ ਜਾਣਾ ਵੀ। ਇਦਾਂ ਦੀ ਜਿਹੜੀ ਉਤਰੇ ਹੀ ਨਾ, ਇਦਾਂ ਦਾ ਨਸ਼ਾ ਹੋਵੇ ਜਿਹੜਾ ਉਤਰਦਾ ਹੀ ਨਹੀਂ ਹੈ। ਮਸਤ ਹੋਇਆ ਰਹਿੰਦਾ ਬੰਦਾ ਰੱਬ ਦੇ ਨਾਮ ਦੇ ਵਿੱਚ। ਤੇ ਸਾਡੇ ਵਰਗੇ ਠੇਕੇ ਤੋਂ ਪੀ ਲਿਆ ਅਧੀਆ, ਘਰ ਵਾਲੀ ਕੁੱਟਦੀ ਘਰ ਆ ਕੇ, ਜਵਾਕ ਕੁੱਟਦੇ ਘਰ ਵਾਲ ਕੇ, ਰੋਦੇ ਰੋਲਾ ਪਾਉਂਦਾ ਆਉਂਦਾ ਹੈ। ਤੇ ਮਾਰ ਕਹਿੰਦੇ ਭੂਤ ਦੇਖਣੇ ਨੇ,
ਗੁਰੂ ਸਾਹਿਬ ਕਹਿੰਦੇ ਨੇ ਭੂਤ ਦਿਖਾਈਏ ਤੁਹਾਨੂੰ। ਗੁਰੂ ਜੀ ਕਹਿੰਦੇ ਨੇ ਤਿੰਨਾ ਮੁਖ ਡਰਾਵਣੇ ਜਿੰਨਾ ਵਸਾਰਿਓ ਨਾਉ। ਕਹਿਣ ਲੱਗੇ ਇਹੀ ਨੇ, ਆ ਭੂਤ ਹੀ ਨੇ, ਆ ਇਹਨਾਂ ਮੁਖ ਡਰਾਵਣੇ ਨੇ, ਭੂਤਾਂ ਵਰਗੇ ਨੇ ਜਿਹੜੇ ਆ ਰਾਤ ਨੂੰ ਤਮਾਸ਼ਾ ਕਰਦੇ ਆ, ਬੱਚੇ ਕੁੱਟਦੇ ਆ ਕੇ, ਘਰ ਵਾਲੀ ਤੇ ਰੋਬ ਮਾਰਦੇ ਆ ਕੇ ਬਗਾਨੇ ਘਰੋਂ ਲਿਆ ਕੇ ਅਗਲੇ ਨੂੰ। ਮਰ ਕਹਿੰਦੇ ਇਦਾਂ ਦਾ ਹਾਲ ਹੈ ਸਾਡਾ। ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਜੀ ਅਸੀਂ ਤਾਂ ਸਾਡੇ ਪਾਪ ਬਖਸ਼ ਦਿਓ। ਬਖਸ਼ੇ ਜਾਓਗੇ। ਕਿਸੇ ਮੁਰਗੇ ਦੇ ਧੌਣ ਮਰੋੜ ਕੇ ਖਾਣੇ ਹੋ, ਬਖਸ਼ੇ ਜਾਓਗੇ। ਕਿਸੇ ਦਾ ਮਾਂਸ ਵੱਢ ਖਾਣੇ ਹੋ, ਬਖਸ਼ੇ ਜਾਓਗੇ। ਕਿਸੇ ਦਾ ਗਲਾ ਵੱਢਦੇ ਹੋ, ਬਖਸ਼ੇ ਜਾਓਗੇ। ਨਹੀਂ, ਇੱਥੇ ਨਹੀਂ ਬਖਸ਼ੇ ਜਾਣਾ ਕਿਸੇ ਨੇ। ਕਰਮਾਂ ਦੀ ਸਜ਼ਾ ਭੁਗਤਣੀ ਪੈਗੀ। ਚਾਹੇ ਦਾਦਾ ਭੁਗਤ ਲਵੇ ਤੇ ਚਾਹੇ ਪੋਤਾ ਭੁਗਤ ਲਵੇ, ਭੁਗਤਣੀ ਜ਼ਰੂਰ ਪਏਗੀ। ਦਾਸ ਨੇ ਅੱਖਾਂ ਦੇ ਨਾਲ ਦੇਖਿਆ ਹੈ, ਅੱਖਾਂ ਦੇ ਨਾਲ ਦੇਖਿਆ। ਜਿਹੜੇ ਰੰਕ ਸੀ ਅੱਜ ਰਾਜੇ ਬਣੇ ਬੈਠੇ ਆ, ਜਿਹੜੇ ਰਾਜੇ ਸੀ ਉਹ ਰੰਕ ਬਣੇ ਬੈਠੇ ਆ। ਅੱਖਾਂ ਨਾਲ ਦੇਖਿਆ ਦਾਸ ਨੇ, ਅੱਖਾਂ ਦੇ ਨਾਲ। ਤਾਂ ਕਹੀਦਾ ਪ੍ਰੈਕਟੀਕਲ, ਸੁਣੀ ਸੁਣਾਈ ਗੱਲ ਨਹੀਂ, ਪ੍ਰੈਕਟੀਕਲ ਜਿਹੜਾ ਦੇਖੀਦਾ ਭਾਈ। ਇਹੀ ਤੂੰ ਘਰ ਵਿੱਚ ਜਦੋਂ ਆਉਣਾ ਰਾਹ 'ਚ ਫਰੂਟ ਲੈ ਕੇ ਆ, ਘਰ ਵਿੱਚ ਬਹਿ ਕੇ ਸਾਰੇ ਪਰਿਵਾਰ ਨਾਲ ਛਕ, ਖੁਸ਼ੀ ਖੁਸ਼ੀ ਕਿੰਨਾ ਆਨੰਦ ਆਉਂਦਾ ਹੈ। ਪਰ ਸਾਡਾ ਉੱਥੇ ਮਾਲਕ ਨੇ ਮਾੜਾ ਮੋਟਾ ਕਹਿ ਦਿੱਤਾ, ਉਹਦੀ ਗੱਲ ਆਪਣੇ ਦਿਮਾਗ 'ਚ ਘਮਾ ਘਮਾ ਕੇ ਘਰ ਵਾਲੀ ਤੇ ਆ ਕੇ ਕੁੱਟਦੀ। ਚੱਲ ਮੇਰੇ ਭਾਈ, ਗੱਲ ਖਤਮ। ਸੋ ਚਾਹੀਦਾ ਭਾਈ ਗੁਰੂ ਵਾਲੇ ਬਣੋ ਤਾਂ ਅਕਲ ਆਊਗੀ। ਖੰਡੇ ਬਾਟੇ ਦੇ ਧਾਰਨੀ ਹੋ ਜਾਓ ਤਾਂ ਅਕਲ ਆਊਗੀ, ਨਹੀਂ ਤਾਂ ਅਕਲ ਨਹੀਂ ਆਉਣੀ ਹੈ। ਸਾਰੀ ਉਮਰ ਲੰਘ ਜਾਣੀ ਆ, ਲੰਘ ਗਈ ਆ, ਲੰਘਦੀ ਜਾ ਰਹੀ ਆ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਮਰ ਕੇ ਨੇ ਦੇਖਿਆ ਹੀ ਨਹੀਂ ਕਦੇ ਆਪਦੇ ਆਪ ਨੂੰ। ਬਚਪਨ ਸੀ, ਛੋਟਾ ਹੁੰਦਾ ਸੀ, ਕਿੰਨਾ ਕੋਮਲ ਸਰੀਰ। ਜਵਾਨੀ 'ਚ ਆਇਆ, ਥੋੜਾ ਕੈੜਾ ਹੋ ਗਿਆ। ਬੁਢਾਪੇ 'ਚ ਆਇਆ, ਅੱਖਾਂ ਨੇ ਵੀ ਸਾਥ ਛੱਡਤਾ, ਦੰਦਾਂ ਨੇ ਵੀ ਸਾਥ ਛੱਡਤਾ, ਗੋਡੇ ਗਿੱਟਿਆਂ ਨੇ ਵੀ ਸਾਥ ਛੱਡਤਾ, ਮਾਸ ਨੇ ਵੀ ਸਾਥ ਛੱਡਤਾ। ਹਜੇ ਵੀ ਨਹੀਂ ਨਾਮ ਜਪਦਾ, ਹਜੇ ਵੀ ਨਹੀਂ ਗੁਰੂ ਵਾਲਾ ਬਣਦਾ। ਕਹਿਣ ਲੱਗੇ ਬੜੀ ਉਮਰ ਪਈ ਹੈ ਜੀ, ਅਜੇ ਪੋਤਿਆਂ ਦੇ ਵਿਆਹ ਦੇਖਣੇ ਨੇ। ਤੂੰ ਦੱਸ ਕੀ ਦੇਖਣੇ? ਧਰਮਰਾਜ ਦਿਖਾਓ ਵਿਆਹ ਤੁਹਾਨੂੰ ਗਾਂ ਜਾ ਕੇ। ਧਿਆਨ ਰੱਖਿਓ, ਇਹ ਗੱਲਾਂ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ। ਇਹ ਧਰਮਰਾਜ ਦਿਖਾਉਣੇ ਤੁਹਾਨੂੰ ਜਦੋਂ ਟੰਗਿਆ ਨਾ ਪੁੱਠਾ ਅਗਲੇ ਨੇ, ਫਿਰ ਕਹੋਗੇ ਵੀ ਹੁਣ ਸਾਨੂੰ ਵਿਆਹ ਦੇਖ ਲੈਣ ਦੇ। ਮਾਰ ਕਹਿੰਦੇ ਨੇ ਜ਼ੁਲਮ ਸਰਾਨੋ ਲੇਖਾ ਦੇਣਾ, आए कठन दू जम लेना, क्या तय खटिया कहाँ गवाया, चलो सिताब दीवान बुलाया, हर फुरमान दरगे का आया। फिर हाथ जोड़ेगा तावे ने छड़ना, करो अरदास गाव किश बाकी, लेहो नवेर आज की राती मैनू छड्ड दिओ जी, मैं नाम जपूंगा। धर्मराज कहना हुण तक दा जपिया नहीं, हुण कित्थों जपेगा, चल आ जा इधर नूं। ये गुरबाणी गुरु ग्रंथ साहिब सानू दसदे आ, ये गल्लां सानू महाराज सिखाउंदे आ। बाणी तुसीं रोज़ पढ़दे हो ना, पाठी सिंह रोज़ आनंद साहिब दा पाठ करदा है। एंड ते 4 पौड़ियां ने, एक हैगा ए शरीरा मेरेया हर तुमै जोत रखी, एक फिर दूजा शब्द है मन चाओ पिया प्रभ आगम सुनिया, दूजा तीसरा हैगा ए शरीरा मेरेया इस जग में आए कह क्या तुद कर्म कमाया। सोचिया करे आपदे आप नूं? नहीं सोचिया, सुन लिया बस। फिर तीसरी पंक्ति हैगी, तीसरी पौड़ी हैगी है, ए नेत्रो मेरेओ और तुम में जोत तरी, हर बिन अवर ना देखो कोई। ये भी इसी कन्न तो लंघाती। फिर मान कहते ने ए श्रवणो मेरेओ साचे सुनने, फिर सुनिए कदे रब दी गल ना, चंगा नहीं लगता। कई गुरुद्वारे च मैं पाठी सिंह कल्ले ही देखे पाठ करने, सवेरे हुंदा ही नहीं कोई। बाबे दे विचारे दे एक माड़ा खड़िया हुंदा, दूजा तो चौर खड़िया हुंदा, बाबा कल्ला ही हुंदा है। पर वो भागां वाला नगर होगा जिथे कमेटी मैंबर खड़दे आ नाल आके अमृत वेले बाबा जी ने प्रकाश कराउंदे आ, नितनेम दी हाज़री भरदे आ, सेवा ते सिमरन करदे आ। साडे नगर राजगढ़ चले जाओ, पता होना है संगत राजगढ़ दी हैगी च कई विआहे होए ने, उन्हां नूं पता आ राजगढ़ महाराज जी राजिया वांगू आउंदे ने ते राजिया वांगू जांदे आ। 40-50 बंदा हुंदा अमृत वेले जदों गुरु ग्रंथ साहिब महाराज जी सचखंड च आउंदे आ, तो जो सचखंड जाते हैं उदों भी इन्ने ही होंगे आ। महाराज जी सचखंड जाते हैं जदों, तो साढ़े हाल आ देखियो गुरुद्वारियां दा की हालात बनाते सी। साढ़े मौजूदा भी इवें ही आ, कमेटी मैंबर नाल खड़े होंदे, दास दे नाल खड़े होंदे आ अमृत वेले। एडी किरपा है महापुरुषां दी। सो 100 विचार ये सानू ये गल्लां सिੱਖਣਗੇ उदों पता लगूगा जदों असीं गुरु वाले बन जावांगे ते गुरु दी गल मन लवांगे। ते महाराज जी जे गल मन्नी नहीं, जदों मन गए ना उदों कहांगे महाराज जी असीं तेरे दर ते खड़े हाँ, तुमरी शरण तुम्हारी आसा, तुम ही सजन सुहेले,
राखो राखन हार दयाला नानक तां गल बनूगी। इस तो कदे किया ही नहीं महाराज नो, ये तो महाराज नूं गल कदी नहीं। महाराज पर एक गल कहने आ, सब किछ अपना एक राम पराया। सच्चे पातशाह बाकी सारा साडा कुछ ही है, तू साडा नहीं है। ते भगत जी कहते ने जे तू मेरा होए रहे तां सब जग तेरा होए। ये गल बनूगी तां जे बनांगे तां। हंकार हो जाता कई बारी तपस्या करदिया करदिया नूं, बाणी पढ़दिया पढ़दिया नूं, सेवा करदिया करदिया नूं माण हो जाता भाई जोगे वांगू। इस करके महाराज जी हंकार तोड़ देंदे ने, आपदे नाल जोड़ लेंदे आ। पर जेड़े छड्ड के भज जांदे ने ना, गुरु तो बेमुख होवे बिन सतगुर मुक्त ना पावे। गुरु तो बिना मुक्ति नहीं मिलनी, जिथे मर्जी धक्के खा लो, गुरु तो बिना मुक्ति नहीं मिलनी। ये राज किहदा है? मुताबक होए ने ना, जुगां दे मुताबक अवतार होए आ। भगवान रामचंद्र जी युग के मुताबक अवतार होए आ। भगवान कृष्ण जी, रामचंद्र नहीं सी उस टाइम, उस युग दे विच भगवान कृष्ण जी सन। बाण रूप सतयुग दा उस टाइम कोई गुरु नहीं सी हैगा। हुण ये कलयुग किहदा है? ये कलयुग धन श्री गुरु नानक देव महाराज जियां दा है। ये राज किहदा है? धन श्री गुरु ग्रंथ साहिब महाराज जियां दा। जे इहदी बात नहीं मन्नोगे तो फिर कुल्ले कुछ नहीं पैना। उदाहरण दे रही है, भगवंत मान है पर इस टाइम मुख मंत्री, कैप्टन की तो चलन नहीं लगे ना, सुखबीर की चलूगी, चलूगी तो भगवंत मान की, क्यों राज ओहदा है। ये राज श्री गुरु ग्रंथ साहिब महाराज का है। इस करके ये अगे सीस झुकाया करो। पता ही है तुहानू सारिਆਂ ਨੂੰ, बच्चे का जन्मदिन मनाउने हो, कौन जाता है? धन श्री गुरु ग्रंथ साहिब महाराज जी। गमी हुंदी है तो कौन खड़ते ने जाके? धन श्री गुरु ग्रंथ साहिब महाराज जी। फिर क्यों ना लाड़े दा फड़िए भाई, क्यों असीं कच्चे पिल्ले मगर लगे फिरदे आ? सानूं तां इहने साथ देना है, इहदी बाणी पढ़ी जानी है, इहदा ही कीर्तन होना है, इहदा ही सत्संग होना है, इहदे कोल ही अरदास करनी है, दुख सुख भी इहनूं ही सुणाउणा है। फिर क्यों ना इहदे लड़ लगी भाई। सो चाहिदा तुसीं गुरपुरब मना रहे हो, प्रकाश दिहाड़ा मना रहे हो, बहुत बहुत वधाइयां दे पात्र हो। सतगुरु जी किरपा करन, गुरु घर विच नाम ते बाणी दा अभ्यास कराउंदे रहा करो, कोई फर्क नहीं पैंदा। बाणी दा अभ्यास कराउंदे रहा करो। आ भाई साहब किन्ना सोहना बोल रहे सन, ये जोड़न वास्ते संगत मगर किवें बोल रहे सी। इस तरह क्यों तुसीं अच्छा दूर ना जाओ। श्री गुरु नानक महाराज अवतार दिहाड़ा आ रहे हैं। अच्छा, गुरु नानक महाराज जी ने जिथे जिथे गए आ, उन्होंने की कहा महाराज जी ने? किरत करो, नाम जपो, वंड छको। तीन गल्लां कहियां ने ना महाराज जी ने। अच्छा, घर महाराज ने धर्मशाला बनवाइयां जाके, ਜਿਹੜੇ नगर च गए आ, गुरु जी कहते भाई इत्थे धर्मशाला बनाओ, आए गए की सेवा करो, इत्थे नाम ते रब दी 2 टाइम रब दे याद विच बैठिया करो। ये गल कही ना महाराज जी ने। हुण गुरु घर च बैठे सन भाई साहब, किन्ना सोहना लग रहा सीगा, किन्ना आनंद बज रहा से। क्यों? ये कराउण वाला कौन है? भाई साहब कुछ नहीं कर सकते। कराउण वाला कौन है? धन श्री गुरु ग्रंथ साहिब महाराज जी। आप सुशोभित होए बैठे सो, भगत बने बैठे सो। धन श्री गुरु ग्रंथ साहिब महाराज की किरपा दे नाल तुसी संगत सुशोभित होए बैठे सो। इत्थे माड़े कर्मां वाले गेट एंटर नहीं हो सकते। आपे सद बहालै, आपे विदा करावे। जिन्हों महाराज जी प्यार करते आ उही पहुँचता है, जिन्हों सददे आ उही पहुँचता है, जिन्हों सददे नहीं वो गेट एंटर नहीं हो सकता। इस करके चाहिए इस तरह नाम ते बाणी नाल जुड़े रहो भाई, सेवा सिमरन करते रहो। समा हो गया, सतगुरु जी मेहर करन, क्योंकि कम्मा कारे वाले हैं, सारे ने जाना भी। सवेरे कम्मा कारा ते आओ सारे। सो आओ सारे माई भाई आनंद साहब च बोल के अपनी रसना पवित्र करिए ते जुड़े रहो, परमात्मा का नाम जपते रहो, वंड छकते रहो, पाठ करना सीखो बाबा जी कोलों। बाबा जी पाठ करना सिखाया, सीखो, सेवा करनी सीखो गुरु दे कोलों, तां जाके साडा भला होएगा। अपनी तो उम्र लंघ गई आ, अपनी उम्र लंघ गई आ, पर आउण वाला तुहाडा भविख है ना, ਜਿਹੜੇ बच्चे आ आउण वाला, तुसीं घरां तुहाडे सारिਆਂ ਦੇ ਬੱਚੇ ਹੈਗੇ आ। इतना क्रोध हैवी है बच्चों ते, इतना क्रोध हावी आ, माँ पे दी बच्चे गल ही नहीं मनते। उत्तों मोबाइल ने घेरा पाया होया। हुण होर कुछ ना दिओ, कुछ ना दिओ उन्होंने, मोबाइल दिओ चाहे रोटी पानी भी ना दिओ, मोबाइल च मस्त हो जाणगे। पर इन्हां तो दूर रहने की कोशिश करो भाई। बच्चों को चंगे संस्कार माता पिता तो ही मिलते हैं।
पहले गुरु कौन ने? माता पिता ही ने पहले गुरु बच्चे दे। बाहरों फिर सिखदा बच्चा, पहला माता पिता सिखाऊगा। पहला आप जे माता पिता बाणी अमृत वेले जागदा है, गुरुद्वारे की हाज़री भरदा है, सेवा सिमरन करदा, बच्चा देख के करूगा। उदाहरण दे देने आ, प्रैक्टिकल करा दीए। जदों तुसी मत्था टेकदे हो, निक्के जे बच्चे नूं उंगल फड़ के लैके आउणे ना हजूरी विच, जिवें तुसी मत्था टेकदे हो, तुहानूं बच्चा उदां ही मत्था टेकदा जिवें तुहानूं तुसी करदे हो। सेम तू कोणी कॉपी करदा तुहानूं। क्यों? उन्होंने पता भी इदां मत्था टेकीदा, इदां अरदास हुंदी है, इदां खड़ना चाहिए हजूरी विच। पहला माता पिता गुरु हुंदा है। भविख नूं बचा लो, समा बहुत भयानक चल रहा है, कलयुग का समय, इस बचना बड़ा मुश्किल है। तो नाम ते बाणी तो बगैर मार कहते ने सोधत सोधत सोध विचारा, बिन हर भजन नहीं छुटकारा। हरि दे नाम तो बगैर छुटकारा नहीं है। इस देह का भी, आने वाले भविख का भी, चंगे संस्कार चंगे नाम ते बाणी नाल जुड़िया करो। सतगुरु जी मेहर करन। दास कोल बहुत भुल्ला हो गई होणगियां, बाणी पढ़दे आ, बाणी सुणाउंदे आ, बाणी गाउंदे आ, बहुत भुल्ला हो गया होणगियां। मेरियां गल्लां जिहड़ियां चंगियां लगियां ने पल्ले बन के लैके जाइओ, बाकी दास दी झोली च पा दिओ ते अगांह वास्ते अरदास करिओ, बाबा जी दास नूं, बाबा जी नूं कीर्तन करन दी जाच होर वधिया आ जावे। सतगुरु जी मेहर करन। जप लो सतकरतार, बेड़ा हो जो भवज लो पार, समा करदा है इनकार, मुड़ फेर करांगे विचार। वाहेगुरु सिखो शब्द प्यारिओ, जन्म मरण की टेक, मुखी उजल सदा सुखी, नानक सिमरत एक। रामकली महला तीजा, आनंद को ओंकार, सतगुर प्रसाद। गज के बोलियो, आनंद भया मेरी माए, सतगुरु मैं पाया। सागर तन परवार परियां, शब्द गावण आईयां। कह नानक नंद होआ, सतगुरु मैं पाया। ए मन हर नाल रहो तू मन, मेरे दुख सब विसारना। सुना गला समरथ स्वामी, सो क्यों मनो वसारे। साचे साहेबा क्या नहीं घर तेरे, करदा तेरे सदा सिवत सलाह तेरी, नाम मन वसावे। नाम जिनके मन वसिया, कह नानक सच्चे साहिब क्या नहीं घर तेरे, साचा नाम मेरा। कर शांत सुख मन आई वसिया, जिन इच्छा सब पुजाइया। सदा कुर्बान कीता गुर विटो, कह नानक सुनो संतो शब्द धरो प्यारो। साचा नाम मेरा आधारो, वाजे हर सुभागे शब्द वाजे, कला चित कर धारिया। करम पाया तुझ जिनको से, नाम हर के लागे। आनंद सुनो वड भागियो, सगल मनोरथ पूरे। दुख रोग संताप सरे, सोने सजी वाणी। सुनते पुनित कहते, पवित्र सतगुर रहया भरपूरे। बिनवंत नानक गुर पवन गुरु बाणे, पिता माता धरत मात। आइया बुरिया आइया, वाजे धर्म दूर। जिन्हीं नाम ते आया, गए मशगद काल।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਈ ਅਰਦਾਸ, ਜੀਉ ਪਿੰਡ ਸਭ ਤੇਰੀ